सत श्री अकाल दोस्तों, थमे देख रहे हो पुआधी टीवी। मैं हाँ धनवंत सिंह घुमान। दोस्तों हुण तक असी जिन्ने भी एपीसोड राम कुमार जी गल करे हाँ होना सारे के बारे थारे बहुत वधिया कमेंट आए, थारे बहुत वधिया विचार आए। पर कई लोगों ने मारे एक सवाल पूछा कि असल च तरकशील कौन आ और किस तरह जो काम करा भी इन्हें की सोसाइटी किस तरह काम करा। होर बहुत सारे सवाल आ कि तरकशील जे किसी के मतलब कि जो भूत प्रेतां का विश्वास वहम जो जो इनू कढ़ना होवे या फिर लोगों के जे घर में जाना होवे तरकशील सोसाइटी ते असीं कोई समस्या का हल कराना होवे कि उसके वो पैसे ले। हाँ भी मैं इस तरह के बहुत सारे सवाल आ जिन्हें के जवाब मिलने बहुत जरूरी आ। सो इन्होंने सारे सवालों पर गलबात करने वास्ते अज फिर हमारे गल राम कुमार जी मौजूद हाँ। अज आप राम कुमार जी ते जाणांगे ते तरकशील सोसाइटी असल च है कि आ और किस तरह काम करो किस तरह काम करा। सो सब तो पहला कर लीए स्वागत राम कुमार जी का। सर जी सत श्री अकाल। सत श्री अकाल जी धनवंत जी, धन्यवाद जी ਤੁਹਾਡਾ ਤੇ ਪੁਆਧੀ ਟੀਵੀ ਚੈਨਲ ਦਾ ਜਿਹੜੇ ਨੇ ਸਾਨੂੰ ਸੁਸਾਇਟੀ ਦੀ ਸੋਚ ਨੂੰ ਜਾਣੀ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਵਹਿਮਾਂ ਭਰਮਾਂ ਦੇ ਖਿਲਾਫ ਉਪਰਾਲਾ ਕਰਦੇ ਹੋ ਜੀ। ਸੋ ਰਾਮ ਕੁਮਾਰ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਹੈ ਸਰ ਕਿ ਤਰਕਸ਼ੀਲ ਅਸਲ 'ਚ ਹੈ ਕੀ ਆ, ਤਰਕਸ਼ੀਲ ਸੁਸਾਇਟੀ ਕੀ ਚੀਜ਼ ਹੈ? ਤਰਕਸ਼ੀਲ ਸੁਸਾਇਟੀ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਦੂਰ ਕਰ ਕਿ ਲੋਕਾਂ ਦੀ ਸੋਚ ਵਿਗਿਆਨਕ ਬਣਾਉਣ ਲਈ ਜੀ ਦੋ ਤਰ੍ਹਾਂ ਦੇ ਕੰਮ ਕਰਦੀ ਹੈ ਜੀ। ਪਹਿਲਾ ਕਿਸੇ ਦੇ ਘਰੇ ਇੱਟਾਂ ਰੋੜੇ ਡਿੱਗਦੇ ਆ, ਖੂਨ ਦੇ ਛਿੱਟੇ ਪੈਂਦੇ ਆ, ਕੱਪੜੇ ਕੱਟੇ ਜਾਂਦੇ ਆ, ਜਿੰਦਾ ਲੱਗੀ ਅਲਮਾਰੀ ਚੋਂ ਪੇਟੀ ਚੋਂ ਪੈਸੇ ਗਾਇਬ ਹੋ ਜਾਂਦੇ ਆ, ਜਾਂ ਕਿਸੇ ਨੂੰ ਕੋਈ ਭੂਤ ਜਿੰਨ ਚੜੇਲ ਚਿੰਬੜੀ ਹੋਏ ਕਿ ਸਿਰ ਘੁਮਾਉਂਦਾ। ਇਹੋ ਜਿਹੀਆਂ ਦੁੱਖ ਤਕਲੀਫਾਂ ਦੇ ਅਸੀਂ ਹੱਲ ਫ੍ਰੀ ਕਰਦੇ ਹਾਂ, ਮੁਫਤ ਕਰਦੇ ਹਾਂ ਜੀ। ਦੂਜਾ ਅਸੀਂ ਸਮਝਦੇ ਹਾਂ ਕਿ ਇਸ ਧਰਤੀ ਦੇ ਉੱਤੇ 10 ਨੌਹਾਂ ਦੀ ਕਿਰਤ ਤੋਂ ਨਾ ਕੋਈ ਚੀਜ਼ ਉੱਚੀ ਹੈ ਤੇ ਨਾ ਕੋਈ ਚੀਜ਼ ਸੁੱਚੀ ਹੈ ਜੀ। ਜਿਹੜਾ ਬੰਦਾ ਕਹਿੰਦਾ ਵੀ ਮੈਂ ਉਹ ਕੰਮ ਕਰ ਸਕਦਾ ਜਿਹੜਾ ਇੱਕ ਆਮ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਜਾਂ ਆਮ ਬੰਦਾ ਨਹੀਂ ਕਰ ਸਕਦਾ। ਜਿਹੜੇ ਕਹਿੰਦੇ ਨੇ ਅਸੀਂ ਤੁਹਾਡੇ ਹੱਥ ਦੀਆਂ ਲਕੀਰਾਂ ਦੇਖ ਕੇ ਤੁਹਾਡੇ ਗ੍ਰਹਿ ਦੀ ਦਿਸ਼ਾ ਬਦਲ ਸਕਦੇ ਹਾਂ, ਅਸੀਂ ਲੈਚੀਆਂ ਮੰਤਰ ਪੜ੍ਹ ਕੇ ਤੁਹਾਡੇ ਘਰ ਦੀ ਗਰੀਬੀ ਦੂਰ ਕਰ ਸਕਦੇ ਹਾਂ, ਅਸੀਂ ਆਪਣੇ ਮੰਤਰ ਦੇ ਨਾਲ ਤੁਹਾਡੇ ਘਰ ਦਾ ਕਲੇਸ਼ ਦੂਰ ਕਰ ਸਕਦੇ ਹਾਂ, ਜਾਂ ਟੀਵੀ ਦੇ ਉੱਤੇ ਜਿਵੇਂ ਮਸ਼ਹੂਰੀਆਂ ਆਉਂਦੀਆਂ ਨੇ ਜੇ ਤੁਹਾਨੂੰ ਨੌਕਰੀ ਨਹੀਂ ਮਿਲਦੀ, ਜੇ ਤੁਸੀਂ ਬਿਮਾਰ ਹੋ ਤੁਹਾਨੂੰ ਦਵਾਈ ਨਹੀਂ ਲੱਗ ਰਹੀ, ਤੁਹਾਨੂੰ ਕਿਸੇ ਦਾ ਕੀਤਾ ਕਰਾਇਆ ਤੁਸੀਂ ਕਿਸੇ ਕੀਤੇ ਕਿਰਾਏ ਦੇ ਉੱਤੇ ਦੀ ਲੰਘੇ, ਤੁਸੀਂ ਕਿਸੇ ਦੁਸ਼ਮਣ ਦਾ ਸਫਾਇਆ ਕਰਾਉਣਾ, ਤੁਸੀਂ ਕਿਸੇ ਔਰਤ ਨੂੰ ਬਸ 'ਚ ਕਰਨਾ, ਤੁਹਾਡੇ ਵਿਦੇਸ਼ ਦਾ ਵੀਜ਼ਾ ਨਹੀਂ ਲੱਗ ਰਿਹਾ ਤਾਂ ਰੁਕਾਵਟ ਪੈ ਰਹੀ ਆ। ਜਾਣੀ ਜਿੰਨੀਆਂ ਸਾਡੀਆਂ ਲੋੜਾਂ ਨੇ ਇੱਛਾਵਾਂ ਨੇ ਉਹ ਸਾਰੀਆਂ ਦਾ ਜਿਹੜੇ ਗਰੰਟੀ ਦਿੰਦੇ ਨੇ ਵੀ ਸਾਡਾ ਗਰੰਟੀ ਨਾਲ ਇਲਾਜ ਹੈ। ਅਸੀਂ ਉਹਨਾਂ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸਾਡਾ ਪੰਜਾਬ ਦਾ। ਵੱਖ-ਵੱਖ ਸਟੇਟ ਦੇ ਵਿੱਚ ਇੰਡੀਆ ਦੇ ਵਿੱਚ 87 ਦੇ ਲਗਭਗ ਜਥੇਬੰਦੀਆਂ ਨੇ ਤਰਕਸ਼ੀਲ ਸੁਸਾਇਟੀਆਂ ਵੱਖ-ਵੱਖ ਨਾਮਾਂ 'ਤੇ ਜਿਹੜੀਆਂ ਕੰਮ ਕਰਦੀਆਂ ਨੇ, ਉਹਨਾਂ ਦਾ ਮਿਲਾ ਕੇ ਅਰਬਾਂ ਰੁਪਈਆ ਇਨਾਮ ਬਣ ਜਾਂਦਾ। ਪਰ ਅੱਜ ਤੱਕ ਕਦੇ ਵੀ ਕੋਈ ਬੰਦਾ ਸਾਡੀ ਸ਼ਰਤ ਨਹੀਂ ਜਿੱਤ ਸਕਿਆ ਨਾ ਜਿੱਤਣੀ ਆ, ਕਿਉਂਕਿ ਜਾਣੀ ਇਹ ਨਹੀਂ ਵੀ ਸ਼ਰਤਾਂ ਬਹੁਤ ਔਖੀਆਂ ਨੇ। ਅਸੀਂ ਕਹਿੰਦੇ ਹਾਂ ਜਿਵੇਂ ਉਹਦੇ ਵਿੱਚ ਕੋਈ ਸ਼ਕਤੀ ਹੈ, ਅਸੀਂ ਸੱਥ ਦੇ ਸਰੋਂ ਤੁਸੀਂ ਟੇਬਲ ਦੇ ਉੱਤੇ ਸਰੋਂ ਦਾ ਦਾਣਾ ਰੱਖ ਦਾਂਗੇ ਸਭ ਤੋਂ ਹਲਕਾ, ਜਿਵੇਂ ਛੋਟੀ ਤੋਂ ਛੋਟੀ ਜੀ, ਉਹਨੂੰ ਆਪਣੀ ਸ਼ਕਤੀ ਨਾਲ 1 ਇੰਚ ਇੱਧਰ ਉੱਧਰ ਹਿਲਾ ਦੇਵੇ, ਜਾਂ ਕੋਈ ਖਾਲੀ ਮੁੱਠੀ 'ਚੋਂ ਕੋਈ ਚੀਜ਼ ਪੈਦਾ ਕਰਕੇ ਦਿਖਾ ਦੇ, ਜਾਂ ਕੋਈ ਚੀਜ਼ ਗਾਇਬ ਕਰਕੇ ਦਿਖਾ ਦੇ, ਜਾਂ ਬੀਨ ਬੰਨ੍ਹ ਕੇ ਦਿਖਾ ਦੇਵੇ, ਜਾਂ ਸਾਡੇ ਜੇਬ ਦੇ ਵਿੱਚ ਤੁਹਾਡੇ 'ਚ ਜਿਹੜਾ ਨੋਟ ਹੈ ਉਹਦਾ ਨੰਬਰ ਦੱਸ ਦੇ। ਇਸ ਤਰ੍ਹਾਂ ਦਾ ਕਦੇ ਵੀ ਕੋਈ ਨਹੀਂ ਦੱਸ ਸਕਿਆ। ਹਾਂ, 1-2 ਬੰਦਿਆਂ ਨੇ ਸ਼ਰਤਾਂ ਲਾਈਆਂ ਨੇ ਸ਼ੁਰੂ 'ਚ। ਜਾਂ ਸਾਡੀ ਸੁਸਾਇਟੀ ਬਣੀਆਂ ਇੱਕ ਸੁਨਾਮ ਕੋਲੇ ਮਹਿਲਾ ਚੌਂਕ ਆ, ਉੱਥੇ ਇੱਕ ਬਾਬਾ ਸੀ ਇਹੀ ਕੰਮ ਕਰਦਾ ਸੀ, ਤੇ ਉਹ ਕਹਿੰਦੇ ਲੋਕ ਉਹਨਾਂ ਨੂੰ ਕਹਿਣ ਲੱਗੇ ਵੀ ਇੱਕ ਸੁਸਾਇਟੀ ਬਣੀ ਆ ਤਰਕਸ਼ੀਲ ਸੁਸਾਇਟੀ, ਵੀ ਉਹ ਕਹਿੰਦੇ ਵੀ ਕੋਈ ਐਂ ਸ਼ਕਤੀ ਹੈ ਹੁੰਦੀ ਉਹ ਨਹੀਂ। ਉਹ ਕਹਿੰਦਾ ਹੁੰਦੀ ਕਿਉਂ ਨਹੀਂ, ਅਸੀਂ ਸਿੱਟ ਚੜਾ ਕੇ ਬੰਦਾ ਮਾਰ ਦਿੰਦੇ ਹਾਂ, ਅਸੀਂ ਮੰਤਰ ਦੇ ਨਾਲ ਕਿਸੇ ਦੀ ਲੱਤ ਤੋੜ ਸਕਦੇ ਹਾਂ, ਬੰਦਾ ਮਾਰ ਸਕਦੇ ਹਾਂ, ਦੁਸ਼ਮਣ ਦਾ ਸਫਾਇਆ ਕਰ ਦਿੰਦੇ ਹਾਂ, ਸਭ ਕੁਝ ਹੁੰਦਾ। ਤੇ ਉਹਨਾਂ ਨੇ ਸਾਡੇ ਕੋਲ ਗੱਲ ਕੀਤੀ ਤੇ ਸਾਡੇ ਨਾਲ ਉਹਦੀ ਸ਼ਰਤ ਲਵਾ ਦਿੱਤੀ। ਸਾਡੀ ਸ਼ਰਤ ਇਹ ਨਹੀਂ ਹੈ ਵੀ 50-50 ਹਜ਼ਾਰ ਦੀ ਸ਼ਰਤ ਹੈ, ਸਾਡੀ ਸ਼ਰਤ ਇਹ ਆ ਵੀ 5 ਲੱਖ ਰੁਪਈਆ ਅਸੀਂ ਇਨਾਮ ਦੇਵਾਂਗੇ, ਪਰ ਬਾਬੇ ਨੂੰ ਆਪਣਾ 1000 ਰੁਪਈਆ ਜਮ੍ਹਾਂ ਕਰਾਉਣਾ ਪਊਗਾ, ਕਿਉਂਕਿ ਤਾਂ ਕਿ ਹਰ ਰੋਜ਼ ਕੋਈ ਬਿਨਾਂ ਮਤਲਬ ਤੋਂ ਸਾਡਾ ਟਾਈਮ ਜਾਇਆ ਨਾ ਕਰੇ। ਉਹ 1000 ਰੁਪਈਆ ਜਿਹੜਾ ਅਸੀਂ ਲੈਂਦੇ ਆ ਉਹਦਾ ਵਾਪਸ ਕਰ ਦਿੰਦੇ ਹਾਂ। मतलब कि कोई अज तक थोड़ी जिहड़ी शर्त जिहड़ी 5 लाख रुपया तुसीं इनाम दिंदे हो अज तक कोई जित नहीं सकिया।
ਬੇਸ਼ੱਕ ਤੁਸੀਂ ਉਹ ਸਿਕਿਉਰਿਟੀ ਵਾਸਤੇ 1000 ਰੁਪਏ ਤਾਂ ਲੈਂਦੇ ਹੋ ਕਿ ਬੰਦਾ, ਆਮ ਬੰਦਾ ਕੋਈ ਵੀ ਮੇਰੇ ਵਰਗਾ ਉੱਠ ਕੇ ਥੋੜਾ ਟਾਈਮ ਨਾ ਖਰਾਬ ਕਰੇ ਕਿ ਹਾਂ ਮੈਂ ਕਰਕੇ ਦਿਖਾਉਣਾ ਐਵੇਂ। ਸੋ ਜਿਹੜਾ 5 ਲੱਖ ਰੁਪਏ ਦਾ ਅੱਜ ਤੱਕ ਤੁਸੀਂ ਇਨਾਮ ਰੱਖਿਆ, ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਜੀ? ਹਾਂ, ਉਹ ਤਾਂ ਜਿੱਤਿਆ ਨਹੀਂ, ਨਾ ਜਿੱਤ ਸਕਣਾ। ਹਾਂ, ਉਹ ਕਈਆਂ ਨੂੰ ਜਿਨ੍ਹਾਂ ਨੂੰ ਭੁਲੇਖਾ ਜਾਂ ਦੋ ਚੱਕੇ ਚਕਾਏ ਸ਼ਰਤ ਲਾ ਦਿੰਦੇ ਨੇ, ਉਹ ਕਾਫੀ ਆਏ ਨੇ। ਇੱਕੋ ਮਹਿਲਾ ਚੌਂਕ ਦਾ ਦੱਸਿਆ, ਉਹਦੇ ਨਾਲ ਸਾਡੀ ਸ਼ਰਤ ਲੱਗ ਗਈ ਤੇ ਦਿਨ ਉਹਨੇ ਕਹਿਤਾ, ਦਿਨ ਫਿਕਸ ਕਰ ਲਿਆ ਵੀ ਇਸ ਦਿਨ ਮੈਂ ਆਪਣੇ ਮੰਤਰ ਦੇ ਨਾਲ ਤੁਹਾਡੇ ਬੰਦੇ ਦੀ ਲੱਤ ਤੋੜ ਦੂੰਗਾ ਜੀ। ਤੇ ਵੀ ਜਿਹੜਾ ਸਮਾਂ ਆ ਗਿਆ, ਅਖਬਾਰ ਦੇ ਵਿੱਚ ਆ ਗਈ ਖਬਰ ਤੇ ਲੋਕਾਂ ਨੇ ਪੜ੍ਹ ਲਿਆ। ਉਸ ਦਿਨ ਉੱਥੇ ਸਕੂਲ ਦੇ ਵਿੱਚ 5000 ਤੋਂ ਵੀ ਵੱਧ ਲੋਕ ਇਕੱਠੇ ਹੋ ਗਏ ਵੀ ਇੱਕ ਬਾਬਾ ਆਪਣੇ ਮੰਤਰ ਦੇ ਨਾਲ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਦੀ ਲੱਤ ਤੋੜ ਕੇ ਦਿਖਾਊਗਾ। ਤੇ ਜਦੋਂ ਸਾਡਾ ਮੈਂਬਰ ਉੱਥੇ ਬੈਠ ਗਿਆ, ਅਸੀਂ ਬਾਬੇ ਨੂੰ ਕਿਹਾ ਵੀ ਲੈ ਆ ਸਾਡਾ ਬੰਦਾ ਬੈਠਾ, ਇਹਦੀ ਤੂੰ ਲੱਤ ਤੋੜ ਦੇ, ਤੇਰੇ ਖਿਲਾਫ ਕਾਰਵਾਈ ਦੀ ਬਜਾਏ ਤੈਨੂੰ ਇਨਾਮ ਦੇਵਾਂਗੇ ਤੇ ਅਸੀਂ ਆਪਣੀ ਸੁਸਾਇਟੀ ਖਤਮ ਕਰਕੇ ਸਾਰੇ ਤੇਰੇ ਚੇਲੇ ਬਣ ਜਾਾਂਗੇ ਜੀ। ਉਹ ਕਹਿੰਦਾ ਵੀ ਇਹਦੀ ਨਹੀਂ ਤੋੜ ਸਕਦਾ ਮੈਂ। ਅਸੀਂ ਕਿਹਾ ਇਹ ਕੀ ਗੱਲ, ਇਹਦੀ ਲੱਤ ਨੂੰ ਕੀ ਹੁੰਦਾ? ਕਹਿੰਦਾ ਪਿੰਡ ਦਾ ਬਿਠਾ ਦਿਓ, ਪਿੰਡ ਦੇ ਦੀ ਤੋੜ ਦੂੰ। ਹੁਣ ਉਹਦੇ ਪਿੰਡ ਦੇ ਡਰਦੇ ਹੁੰਦੇ ਨੇ। ਚਲੋ ਸਾਡਾ ਇੱਕ ਮੈਂਬਰ ਸੀ, ਨਵਾਂ ਬਣਿਆ ਸੀ ਜੀ, ਤੇ ਸਾਡੀ ਤਾਂ ਇੱਕ ਕਿਤਾਬ ਹੈ ਦੇ ਪੁਰਸ਼ਾਰਗੇ, ਜੇ ਉਹੀ ਪੜ੍ਹ ਲਵੇ ਕੋਈ, ਉਹ ਸਾਰੇ ਇਹਨਾਂ ਦੇ ਵਿੱਚੋਂ ਨਿਕਲ ਜਾਂਦਾ। ਉਹਨੇ ਉਹ ਕਿਤਾਬ ਪੜ੍ਹੀ ਹੋਈ ਸੀ, ਸਾਡਾ ਮੈਂਬਰ ਸੀ ਉਹ ਬੈਠ ਗਿਆ ਜੀ। ਉਹ ਬੈਠ ਗਿਆ, ਬਾਬੇ ਨੇ ਕਿਹਾ ਵੀ ਇਹ ਤਾਂ ਬੈਠ ਗਿਆ, ਹੁਣ ਤਾਂ ਆਸ ਨਹੀਂ ਤੀ ਬਹਿ ਜੂ। ਲੈ ਕਹਿੰਦਾ ਹੁਣ ਫਿਰ ਮੈਨੂੰ ਅੱਧਾ ਘੰਟਾ ਟਾਈਮ ਦੇ ਦਿਓ, ਮੈਨੂੰ ਮੰਤਰ ਪੜ੍ਹ ਲੈਣ ਦਿਓ ਤੇ ਉਸ ਤੋਂ ਬਾਅਦ ਮੈਂ ਇਹਦੀ ਇੱਕ ਲੱਤ ਛੱਡ 2 ਲੱਤਾਂ ਤੋੜ ਦੂੰਗਾ ਜੀ। ਚਲੋ ਜੀ, ਉਹ ਅੰਦਰ ਚਲਿਆ ਗਿਆ ਕਮਰੇ ਦੇ ਵਿੱਚ ਆਪਣੇ। ਉੱਥੇ ਜਾ ਕੇ ਅਸੀਂ ਨੇ ਆਪਣਾ ਟੈਚੀ ਖੋਲ੍ਹ ਲਿਆ, ਜਾਦੂ ਦਿਖਾਉਣ ਲੱਗ ਗਏ, ਆਪਣੀਆਂ ਗੱਲਾਂ ਬਾਤਾਂ ਭੂਤਾਂ ਪ੍ਰੇਤਾਂ ਦੀਆਂ ਸੁਣਾਉਣ ਲੱਗ ਗਏ। ਉਹ ਅੱਧਾ ਘੰਟੇ ਦੀ ਬਜਾਏ ਪੌਣਾ ਘੰਟਾ ਹੋ ਗਿਆ, ਲੋਕ ਰੌਲਾ ਪਾਉਣ ਲੱਗ ਗਏ ਵੀ ਬੁਲਾਓ ਬਾਬੇ ਨੂੰ। ਲੋਕਾਂ ਨੂੰ ਤਾਂ ਇਹ ਸੀ ਵੀ ਮੰਤਰ ਦੇ ਨਾਲ ਲੱਤ ਟੁੱਟਦੀ ਦੇਖਣੀ ਹੈ, ਕਦੇ ਦੇਖੀ ਨਹੀਂ ਤੀ ਸਾਰਿਆਂ ਨੇ ਇਸ ਤਰ੍ਹਾਂ ਦਾ, ਪਹਿਲੀ ਵਾਰੀ ਚਮਤਕਾਰ ਦੇਖਣਾ ਸੀ। ਤੇ ਅੱਧੇ ਘੰਟੇ ਬਾਅਦ ਸਾਨੂੰ ਇਹ ਸੀ ਵੀ ਲੋਕ ਉਹਨੂੰ ਬਾਬੇ ਨੂੰ ਮਾਰ ਨਾ ਦੇਣ ਕਿਤੇ। ਚਲੋ ਜੀ, ਉਹਦਾ ਦਰਵਾਜ਼ਾ ਖੜਕਾਉਣ ਲੱਗ ਗਏ। ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲ੍ਹਿਆ ਨਹੀਂ, ਦਰਵਾਜ਼ਾ ਉਹਦਾ ਤੋੜ ਲਿਆ ਜੀ, ਦਰਵਾਜ਼ਾ ਪੱਟ ਲਿਆ। ਜਦੋਂ ਦਰਵਾਜ਼ਾ ਤੋੜਿਆ, ਦੇਖਿਆ ਤਾਂ ਪਿੱਛੇ ਇੱਕ ਗਰਿੱਲ ਲੱਗੀ ਹੋਈ ਸੀ। ਉਹ ਗਰਿੱਲ ਤੋੜ ਕੇ ਬਾਬਾ ਉਹਦੇ ਵਿੱਚੋਂ ਦੀ ਪਿੱਛੋਂ ਦੀ ਉਹ ਖੇਤਾਂ ਵਿੱਚ ਦੀ ਭੱਜ ਗਿਆ ਤੇ ਅੱਜ ਤੱਕ ਪਤਾ ਨਹੀਂ ਲੱਗਿਆ ਉਹ ਕਿੱਥੇ ਗਿਆ। ਇਸੇ ਤਰ੍ਹਾਂ ਇੱਕ ਬਸੀ ਪਠਾਣਾ ਦੇ ਨੇ ਪੈਸੇ ਜਮ੍ਹਾਂ ਕਰਾਤੇ ਸੀ ਵੀ ਮੈਂ ਦਿਖਾਊਂ ਆਪਣੀ ਸ਼ਕਤੀ, ਬਾਅਦ 'ਚ ਉਹਨੇ ਮਾਫੀ ਮੰਗ ਲਈ ਸੀ। ਇਸ ਤਰ੍ਹਾਂ ਦੇ ਹੋਰ ਕਈ ਕੇਸ ਆਏ ਨੇ ਜਿਹੜੇ ਪਹਿਲਾਂ ਪੈਸੇ ਦੇ ਦਿੰਦੇ ਨੇ, ਜ਼ਮਾਨਤ ਰਾਸ਼ੀ ਹੈ ਜਿਹੜੀ ਉਹ ਦੇ ਕੇ ਬਾਅਦ 'ਚ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਡਰਦੇ ਨਹੀਂ, ਡਰਦਿਆਂ ਨੂੰ ਡਰਾਉਣਾ ਹੁੰਦਾ, ਜਦੋਂ ਦੇਖਦੇ ਨੇ ਵੀ ਇਹ ਤਾਂ ਡਰਦੇ ਹੀ ਨਹੀਂ ਹੈਗੇ, ਇਹ ਨਹੀਂ ਮਾਫੀ ਮੰਗੀ, ਫਿਰ ਉਹ ਆਪ ਮੰਗ ਲੈਂਦੇ ਨੇ ਕਿਉਂਕਿ ਸ਼ਕਤੀ ਤਾਂ ਮਤਲਬ ਕਿ ਪਹਿਲਾਂ ਤਾਂ ਸੋਚਿਆ ਜਾਂਦਾ ਕਿ ਲੋਕ ਡਰ ਜਾਣਗੇ ਵੀ ਜਦ ਅਸੀਂ ਕਹਾਂਗੇ ਵੀ ਹਾਂ ਤੇਰੀ ਲੱਤ ਤੋੜਾਂਗੇ ਜਾਂ ਤੇਰੀ ਬਾਂਹ ਤੋੜ ਦਾਂਗੇ, ਐਂ ਕਰ ਦਾਂਗੇ, ਤਾਂ ਮਤਲਬ ਕਿ ਆਮ ਲੋਕ ਤਾਂ ਡਰ ਜਾ। ਤੁਹਾਨੂੰ ਇਸ ਚੀਜ਼ ਦਾ ਵਿਸ਼ਵਾਸ ਪੱਕਾ ਵੀ ਜਾਦੂ ਮੰਤਰ ਕੋਈ ਹੁੰਦਾ ਨਹੀਂ, ਤੁਸੀਂ ਡਰਦੇ ਨਹੀਂ, ਤਾਂ ਆਮ ਲੋਕਾਂ ਨੂੰ ਡਰਾ ਕੇ, ਭੋਲੇ ਭਾਲੇ ਲੋਕਾਂ ਨੂੰ ਡਰਾ ਕੇ, ਉਹਨਾਂ ਦੇ ਡਰ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਠੱਗ ਲਿਆ ਜਾਂਦਾ ਜੀ। ਤੇ ਰਾਮ ਕੁਮਾਰ ਜੀ, ਇੱਕ ਗੱਲ ਹੈ ਕਿ ਇੱਕ ਮੈਨੂੰ ਦਰਸ਼ਕ ਨੇ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਤੁਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਕਿਸੇ ਦੇ ਘਰੇ ਜਾਂਦੇ ਹੋ, ਜਿਵੇਂ ਕੋਈ ਕਹਿ ਦਿੰਦਾ ਵੀ ਭੂਤ ਪ੍ਰੇਤ ਆ ਜਾਂ ਕਿਸੇ ਦੇ ਘਰ 'ਚੋਂ ਤੁਸੀਂ ਇਸ ਤਰ੍ਹਾਂ ਦੀਆਂ ਵਹਿਮ ਭਰਮ ਖਤਮ ਕਰਨ ਵਾਸਤੇ ਜਾਂਦੇ ਹੋ, ਕਿ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਜਿਹੜੇ ਭੂਤ ਪ੍ਰੇਤ ਕੱਢਣ ਦੀ ਬਜਾਏ ਮਤਲਬ ਬਦਲੇ 'ਚ ਜਾਂ ਫਿਰ ਉਹਨਾਂ ਦੇ ਵਹਿਮ ਭਰਮ ਖਤਮ ਕਰਨ ਦੇ ਬਦਲੇ 'ਚ ਤੁਸੀਂ ਤਰਕਸ਼ੀਲ ਸੁਸਾਇਟੀ ਕੋਈ ਉਹਨਾਂ ਤੋਂ ਰੁਪਈਆ ਟਕਾ ਲੈਂਦੀ ਹੈ, ਕੋਈ ਰਾਸ਼ੀ ਲੈਂਦੀ ਹੈ ਜਾਂ ਫਿਰ ਫ੍ਰੀ ਸੇਵਾ ਹੁੰਦੀ ਹੈ ਜੀ? ਇਹ ਨਹੀਂ, ਅਸੀਂ ਇਹ ਕੰਮਾਂ ਦਾ ਕੋਈ ਪੈਸਾ ਨਹੀਂ ਲੈਂਦੇ। ਕਈ ਵਾਰੀ ਇੱਦਾਂ ਜੇ ਕਿਸੇ ਕੋਲ ਸਾਧਨ ਹੁੰਦਾ ਸਾਨੂੰ ਲੈ ਜਾਵੇ ਆਪਣੇ ਘਰ, ਆਪਣੇ ਸਕੂਟਰ ਤੇ ਜਾਂ ਗੱਡੀ ਤੇ, ਉੱਥੇ ਤੱਕ ਤਾਂ ਹੈ, ਪਰ 1 ਪੈਸਾ ਵੀ ਸੁਸਾਇਟੀ ਨੇ ਕਦੇ ਕਿਸੇ ਤੋਂ ਇਹ ਕੇਸ ਹੱਲ ਕਰਨ ਦਾ ਜਾਂ ਕੋਈ ਸਮੱਸਿਆ ਮਸਲਾ ਉਹਦਾ ਹੱਲ ਕਰਨ ਦਾ ਕੋਈ ਪੈਸਾ ਨਹੀਂ ਲਿਆ ਹੈਗਾ, ਨਾ ਲਵਾਂਗੇ, ਕਿਉਂਕਿ ਇਹ ਤਰਕਸ਼ੀਲ ਸੁਸਾਇਟੀ ਤਾਂ ਇੱਕ ਸਮਾਜ ਸੇਵਾ ਸੰਸਥਾ ਹੈ। ਸਾਡੇ ਜਿਹੜੇ ਬਹੁਤੇ ਮੈਂਬਰ ਨੇ ਉਹ ਕੋਈ ਮੁਲਾਜ਼ਮ ਨੇ ਜਾਂ ਕੰਮ ਕਰਦੇ ਨੇ, ਸਾਰਿਆਂ ਕੋਲੇ ਜਾਣੀ ਆਪਣੇ ਗੁਜ਼ਾਰੇ ਜੋਗੇ ਸਾਧਨ ਹੈਗੇ ਨੇ, ਕਿਸੇ ਨੇ ਇਹਨੂੰ ਕਿੱਤਾ ਨਹੀਂ ਬਣਾਇਆ ਹੋਇਆ। ਤੇ ਇਹ ਇੱਕ ਸੇਵਾ ਸਮਾਜ ਦੀ, ਸਮਾਜ ਵਧੀਆ ਸਮਾਜ ਉਸਾਰਨ ਵਾਸਤੇ ਸਾਡੇ ਜਿਹੜੇ 1000 ਦੇ ਲਗਭਗ ਮੈਂਬਰ ਨੇ ਉਹ ਸਾਰੇ ਇਸ ਤਰ੍ਹਾਂ ਫ੍ਰੀ ਸੇਵਾ ਕਰਦੇ ਨੇ। ਅਸੀਂ ਜਾਂਦੇ ਹਾਂ, ਸਗੋਂ ਆਪਣੇ ਕੋਲੋਂ ਖਰਚਾ ਹੁੰਦਾ। ਜਦੋਂ ਤੁਸੀਂ ਮਤਲਬ ਕਿ ਕਿਤੇ ਜਾਂਦੇ ਹੋ, ਬਾਹਰ ਜਾਂਦੇ ਹੋ, ਕੋਈ ਜਿਵੇਂ ਤੁਸੀਂ ਕਈ ਵਾਰੀ ਮੈਨੂੰ ਗੱਲਾਂ ਦੇ ਵਿੱਚ ਦੱਸਿਆ ਕਿ ਤੁਸੀਂ ਕਿਤੇ ਕਸ਼ਮੀਰ ਵੀ ਜਾਂਦੇ ਹੋ, ਬੰਬੇ ਤੱਕ ਤੁਸੀਂ ਜਿਹੜੇ ਘੁੰਮਦੇ ਹੋ, ਤੇ ਤੁਸੀਂ ਇੱਧਰ ਉੱਧਰ ਜਾਂਦੇ ਹੋ ਤਰਕਸ਼ੀਲ ਸੁਸਾਇਟੀ ਦੇ ਟੂਰ ਲਾਉਣ, ਜਿੱਥੇ ਤੁਸੀਂ ਜਾ ਕੇ ਕਈ ਵਾਰੀ ਜਾਦੂ ਦੇ ਸ਼ੋਅ ਆ ਜਿਹੜੇ ਉਹਨਾਂ ਤੋਂ ਲੋਕਾਂ ਨੂੰ ਜਿਹੜਾ ਕਿ ਦੱਸਦੇ ਹੋ ਕਿ ਇਹਦੇ ਪਿੱਛੇ ਸਾਇੰਟੀਫਿਕ ਰੀਜ਼ਨ ਹੁੰਦੇ, ਜਾਦੂ ਦੇ ਸ਼ੋਅ ਦਿਖਾਉਣ ਵੀ ਜਾਂਦੇ ਹੋ, ਫਿਰ ਤੁਸੀਂ ਇਸ ਤਰ੍ਹਾਂ ਦੇ ਟੂਰ ਲਾਉਂਦੇ ਹੋ, ਉਹਦੇ ਜਿਹੜਾ ਟੂਰ ਦਾ ਖਰਚਾ ਆਉਂਦਾ ਤੁਸੀਂ ਪੱਲੇ ਤੋਂ ਕਰਦੇ ਹੋ ਜਾਂ ਫਿਰ ਤੁਹਾਨੂੰ ਸਰਕਾਰ ਵੱਲੋਂ ਮਿਲਦਾ ਜੀ ਉਹ?
ਨਹੀਂ, ਸਰਕਾਰ ਤੋਂ ਤਾਂ ਅਸੀਂ ਕੋਈ ਪੈਸਾ ਅੱਜ ਤੱਕ ਤਰਕੀ ਸਿਵਲ ਸੁਸਾਇਟੀ ਨੇ ਸਰਕਾਰ ਤੋਂ 1 ਰੁਪਈਆ ਵੀ ਮਦਦ ਨਹੀਂ ਲਈ ਤੇ ਨਾ ਲੈਣੀ ਹੈ। ਇਹ ਵੀ ਸਾਡਾ ਫੈਸਲਾ ਹੈ ਵੀ ਸਰਕਾਰ ਤੋਂ ਇੱਕ ਕੁਰਸੀ ਵੀ ਨਹੀਂ ਆਪਣੇ ਦਫ਼ਤਰ ਵਾਸਤੇ ਲੈਣੀ ਹੈਗੀ ਤੇ ਉਹ ਸਾਰਾ ਖਰਚਾ ਅਸੀਂ ਆਪ ਕਰਦੇ ਹਾਂ। ਜਦੋਂ ਜਾਂਦੇ ਹਾਂ ਦੱਸਿਆ ਵੀ ਸਾਰੇ, ਮੈਂ ਵੀ ਮੁਲਾਜ਼ਮਾਂ, ਬਹੁਤ ਸਾਰੇ ਮੁਲਾਜ਼ਮ ਨੇ, ਹਾਂ ਜੇ ਕਿਸੇ ਕੋਲ ਨਹੀਂ ਆਉਂਦਾ ਤਾਂ ਉਹਦਾ ਸੁਸਾਇਟੀ ਵੱਲੋਂ ਆਪਣੇ ਵੱਲੋਂ ਹੀ ਅਸੀਂ ਖਰਚਾ ਕਰ ਦਿੰਦੇ ਹਾਂ। ਪਰ ਉਹ ਨਾ ਅਸੀਂ ਸੰਸਥਾ ਦੇ ਤੋਂ ਕੋਲੋਂ ਲੈਂਦੇ ਹਾਂ ਕੋਈ ਖਰਚਾ, ਨਾ ਕਿਸੇ ਕੋਲੋਂ ਜਿੱਥੇ ਜਾਂਦੇ ਹਾਂ ਉਸ ਤਰ੍ਹਾਂ ਲੈਂਦੇ ਹਾਂ। ਸਾਡੇ ਅਲੱਗ-ਅਲੱਗ ਜਾਣੀ ਜਿਹੜੇ ਹਿੰਦੁਸਤਾਨ ਦੀਆਂ ਸੰਸਥਾ ਬਣੀਆਂ ਹੋਈਆਂ, ਜਿਵੇਂ ਇਹਦੇ ਮਹਾਰਾਸ਼ਟਰ ਦੇ ਵਿੱਚ ਅੰਧ ਸ਼ਰਧਾ ਨਿਰਮੂਲਨ ਸਮਿਤੀ, ਜਿਨ੍ਹਾਂ ਦੇ ਦਬੋਲਕਰ ਪ੍ਰਧਾਨ ਸੀ ਪਹਿਲਾਂ, ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਹਨਾਂ ਵਹਿਮ ਫੈਲਾਉਣ ਵਾਲੇ ਜਥੇਬੰਦੀਆਂ ਵੱਲੋਂ। ਤੇ ਇੱਦਾਂ ਅਸੀਂ ਇੱਕ ਦੂਸਰੇ ਦੇ ਪ੍ਰੋਗਰਾਮਾਂ 'ਚ ਜਾਂਦੇ ਹਾਂ ਤੇ ਵਿਚਾਰ ਸਾਂਝੇ ਕਰਦੇ ਹਾਂ, ਇੱਕ ਦੂਜੇ ਦਾ ਪਤਾ ਲੱਗਦਾ ਵੀ ਉੱਥੇ ਕਿਸ ਤਰ੍ਹਾਂ ਦੇ ਕੇਸ ਆਉਂਦੇ ਨੇ, ਇੱਧਰ ਕਿਸ ਤਰ੍ਹਾਂ ਦੇ ਆਉਂਦੇ ਨੇ, ਉੱਦਾਂ ਦੇ ਫਿਰ ਉਸ ਤਰ੍ਹਾਂ ਕਰਕੇ ਵਿਚਾਰ ਵਟਾਂਦਰੇ ਨਾਲ ਸਾਡੀ ਜਾਣਕਾਰੀ ਵੱਧਦੀ ਹੈ ਤੇ ਉਹ ਕੰਮ ਕਰਨ ਦੇ ਵਿੱਚ ਨਿਖਾਰ ਆਉਂਦਾ ਜੀ। ਸਰ ਇੱਕ ਨਾ ਜਿਵੇਂ ਤੁਸੀਂ ਬਾਬਿਆਂ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੇ ਬਾਬਿਆਂ ਦੇ ਕੇਸ 'ਚ ਮੈਂ ਦੇਖਿਆ ਜੀ, ਇੱਕ ਨਾ ਟੀਵੀ ਦੇ ਵਿੱਚ ਵੀ ਬਹੁਤ ਜ਼ਿਆਦਾ ਦਿਖਾਏ ਜਾਂਦੇ, ਫਿਲਮਾਂ ਦੇ ਵਿੱਚ ਵੀ ਈਵਨ ਕਿ ਇਸ ਤਰ੍ਹਾਂ ਦੇ ਸੀਨ ਦਿਖਾਏ ਜਾਂਦੇ ਨੇ ਕਿ ਬਾਬੇ ਪਾਣੀ ਦੇ ਉੱਤੇ ਤੁਰ ਜਾਂਦੇ ਨੇ ਜੀ, ਚੱਲਦੇ ਪਾਣੀ ਦੇ ਉੱਤੇ ਬਾਬੇ ਤੁਰ ਕੇ ਕਈ ਵਾਰੀ ਸਮੁੰਦਰ ਦੇ ਵਿੱਚ ਜਾਂ ਫਿਰ ਕਿਸੇ ਝੀਲ ਦੇ ਵਿੱਚ ਅੱਧ ਤੱਕ ਚਲੇ ਜਾਂਦੇ ਨੇ ਤੁਰ ਕੇ, ਉਹ ਡੁੱਬਦੇ ਨਹੀਂ ਹੈਗੇ। ਕੀ ਕਾਰਨ ਹੁੰਦਾ ਜੀ ਉਹ? ਇਹ ਸਾਰੇ ਇਹ ਜਾਦੂ ਦੇ ਟ੍ਰਿਕ ਨੇ ਜਿਹੜੇ ਕਰਦੇ ਨੇ ਜੀ, ਜਾਣੀ ਇਹ ਜਾਦੂਗਰ ਵੀ ਕਰ ਲੈਂਦੇ ਹੁਣ, ਬਾਬਾ ਵੀ ਕੋਈ ਕਰ ਸਕਦਾ, ਕਿਉਂਕਿ ਧਰਮ ਦੇ ਨਾਂ ਤੇ ਜੇ ਕਰੋ ਤਾਂ ਫਿਰ ਚੜਾਵਾ ਚੜਦਾ ਤੇ ਉਹਨਾਂ ਦੀ ਦੁਕਾਨਦਾਰੀ ਚੱਲ ਪੈਂਦੀ ਆ। ਇਹ ਹੈ ਵੀ ਇਹਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਦਾ ਕੋਈ ਸ਼ੀਸ਼ਾ ਰੱਖਿਆ ਜਾ ਸਕਦਾ, ਸ਼ੀਸ਼ੇ ਵਰਗੀ ਕੋਈ ਚੀਜ਼ ਹੋ ਸਕਦੀ ਹੈ। ਇੱਦਾਂ ਦਾ ਕੋਈ ਨਾ ਕੋਈ ਜਦੋਂ ਅਸੀਂ ਪਰਖ ਕਰਾਂਗੇ, ਜੇ ਆਪ ਦੇਖੇ ਸਾਨੂੰ ਉਹ ਪਤਾ ਲੱਗ ਜੂਗਾ ਵੀ ਕੀ ਕਿਸ ਤਰ੍ਹਾਂ। ਹੁਣ ਜੇ ਪਾਣੀ ਦੇ ਉੱਤੇ ਜੇ ਕੋਈ ਤੈਰ ਸਕਦਾ, ਇਹ ਵੀ ਸਾਡੀ ਸ਼ਰਤ, ਪਾਣੀ ਤੇ ਤੁਰ ਕੇ ਦਿਖਾ ਦੇ ਪੈਦਲ, ਤੇ 5 ਲੱਖ ਰੁਪਈਆ ਅਸੀਂ ਪੰਜਾਬ ਵੱਲੋਂ ਤੇ ਬਾਕੀ ਸਾਰੇ ਸੰਸਥਾ, ਕਈਆਂ ਦਾ ਕਰੋੜ ਵੀ ਇਨਾਮ ਹੈ, ਕਈਆਂ ਨੇ ਨਿੱਜੀ ਰੱਖਿਆ ਹੋਇਆ, ਨਿੱਜੀ ਤੌਰ ਤੇ ਕਰੋੜ ਰੁਪਈਆ ਇਨਾਮ ਰੱਖਿਆ ਹੋਇਆ, ਤੇ ਉਹ ਸਾਰੇ ਇਨਾਮ ਉਸ ਨੂੰ ਮਿਲ ਜਾਣਗੇ ਜੇ ਕੋਈ ਚੱਲ ਕੇ ਦਿਖਾ ਦੇਵੇ। ਤੁਹਾਡੇ ਉਸ 'ਚ ਜੇ ਕੋਈ ਆਇਆ, ਕਿਸੇ ਨੇ ਇਹ ਗੱਲ ਕੀਤੀ ਵੀ ਉਹ ਚੱਲ ਪੈਂਦਾ, ਤੁਸੀਂ ਸਾਨੂੰ ਦੱਸ ਦਿਓ, ਅਸੀਂ ਉਸ ਨੂੰ ਮਿਲ ਲਵਾਂਗੇ ਤੇ ਉਹਦਾ ਦੇਖ ਲਾਂਗੇ, ਚੈੱਕ ਜੀ। ਮੈਂ ਜ਼ਰੂਰ, ਜੇ ਕੋਈ ਮੇਰੇ ਸੰਪਰਕ ਦੇ ਵਿੱਚ ਇਹੋ ਜਿਹਾ ਬਾਬਾ ਆ ਜਿਹੜਾ ਕਿ ਕਹਿੰਦਾ ਵੀ ਅਸੀਂ ਚਮਤਕਾਰ ਨਾਲ ਐ ਕਰ ਦਿੰਦੇ ਹਾਂ, ਅਸੀਂ ਚਮਤਕਾਰ ਨਾਲ ਇਹ ਚੀਜ਼ ਬਣਾ ਦਿੰਦੇ ਹਾਂ, ਤਾਂ ਮੈਂ ਜ਼ਰੂਰ ਇੱਕ ਵਾਰੀ ਤਰਕਸ਼ੀਲ ਸੁਸਾਇਟੀ ਨਾਲ ਇਸ ਗੱਲ ਦੇ ਬਾਬਤ ਸੰਪਰਕ ਕਰੂੰਗਾ ਕਿ ਉਸ ਬਾਬੇ ਨੂੰ ਘੱਟੋ ਘੱਟ ਉਹਦਾ ਵਹਿਮ ਕੱਢਿਆ ਜਾਵੇ ਕਿ ਹਾਂ ਉਹ ਚਮਤਕਾਰ ਨਾਲ ਕੁਝ ਵੀ ਪੈਦਾ ਕਰ ਸਕਦਾ ਹੈ, ਚਮਤਕਾਰ ਨਾਲ ਕੁਝ ਵੀ ਕਰ ਸਕਦਾ। ਸੋ ਇਸੇ ਤਰ੍ਹਾਂ ਇੱਕ ਨਾ ਆਪਾਂ ਬਾਬੇ ਦਾ ਨਾਮ ਤਾਂ ਕਿਉਂ ਲੈਣਾ ਕਿ ਲੋਕ ਕਈ ਵਾਰੀ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਨੇ। ਇੱਕ ਬਾਬਾ ਸੀ, ਉਹ ਹੱਥ ਦੇ ਵਿੱਚ ਚੈਨ ਪੈਦਾ ਕਰ ਦਿੰਦਾ ਸੀ ਜੀ, ਤੇ ਈਵਨ ਕਿ ਸਾਡਾ ਦੇਸ਼ ਇੰਨੇ ਵੱਡੇ ਅਹੁਦੇ ਤੇ ਬੈਠਣ ਦੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਉਹਨਾਂ ਬਾਬਿਆਂ ਦੇ ਸ਼ਰਧਾਲੂ ਬਣ ਜਾਂਦੇ ਨੇ। ਕਿਸ ਤਰ੍ਹਾਂ ਦੇਖਦੇ ਹੋ ਵੀ ਜਦੋਂ ਉਹ ਬਾਬੇ ਹੱਥਾਂ ਦੇ ਵਿੱਚੋਂ ਚੈਨ ਪੈਦਾ ਕਰ ਦਿੰਦੇ ਨੇ, ਕੋਈ ਸੋਨੇ ਦੀ ਅੰਗੂਠੀ ਬਣਾ ਦਿੰਦੇ ਨੇ, ਉਹ ਕਿਸ ਤਰ੍ਹਾਂ ਬਣਾਉਂਦੇ ਨੇ ਜੀ ਫਿਰ? ਇਹ ਉਹਨਾਂ ਦੇ ਕੋਲ ਹੀ ਹੁੰਦੀ ਹੈ, ਜਾਣੀ ਉਹ ਜਿਹੜਾ ਬਾਬੇ ਚੈਨੀ ਦਿੰਦੇ ਆ, ਉਹ ਕਿਸੇ ਮੰਤਰੀ ਨੂੰ ਜਾਂ ਵੱਡੇ ਉਦਯੋਗਪਤੀ ਨੂੰ, ਕਾਰਪੋਰੇਟ ਉਹਨਾਂ ਨੂੰ ਦਿੰਦੇ ਆ, ਜਾਂ ਵੱਡੇ ਉਹਦੇ ਅਫਸਰਾਂ ਨੂੰ ਦਿੰਦੇ ਆ, ਆਮ ਸਧਾਰਨ ਜਨਤਾ ਨੂੰ ਨਹੀਂ ਦਿੰਦੇ ਹੈਗੇ। ਉਹਨਾਂ ਲਈ ਤਾਂ ਰਾਖ ਹੁੰਦੀ ਹੈ, ਸੁਆਹ ਦਿਨ ਹੁੰਦੀ ਹੈ, ਜਿਹੜੀ ਫ੍ਰੀ ਮਿਲ ਜਾਂਦੀ ਹੈ। ਤੇ ਜਾਣੀ ਜੇ ਉਹ ਐ ਪੈਦਾ ਕਰਦੇ ਤਾਂ ਉਹ ਜਿੰਨੇ ਸ਼ਰਧਾਲੂ ਨੇ ਉਹਨਾਂ ਨੂੰ ਚੈਨਾਂ ਦੇਈ ਜਾਂਦੇ, ਤੇ ਸੋਨੇ ਦਾ ਹੁਣ ਕਿੰਨਾ ਰੇਟ ਹੈ, ਤੇ ਉਹਨਾਂ ਦੀ ਗਰੀਬੀ ਦੂਰ ਹੋ ਸਕਦੀ ਸੀ। ਪਰ ਕਿਉਂਕਿ ਉਹਨਾਂ ਦੀ ਉਹ ਚੇਨ ਨਹੀਂ ਹੈ ਜਿਹੜੀ, ਉਹਨਾਂ ਦੀ ਲੁਕੋਈ ਹੁੰਦੀ ਹੈ। ਅਸੀਂ ਵੀ ਦੇਖਿਆ, ਅਸੀਂ ਉਦੋਂ ਵਧੀਆ ਕਰ ਲੈਂਦੇ। ਇੱਕ ਬਾਬਾ ਸੀ, ਉਹ ਸੋਨੇ ਦੀ ਚੇਨੀ, ਇੱਕ ਆਪਣੇ ਸਾਡੇ ਪੋਲੀਟੀਸ਼ੀਅਨ, ਤੇ ਉਹ ਜਦੋਂ ਗਏ ਆਪਣੇ, ਉਹਨਾਂ ਨੇ ਕੀ ਕੀਤਾ, ਉਹਨਾਂ ਦਾ ਜਿਹੜਾ ਸੇਵਕ ਸੀ ਉਹਨੂੰ ਕਿਹਾ ਸੀ ਵੀ ਮੇਰੇ ਸੱਜੇ ਹੱਥ ਮੂਵਮੈਂਟੋ ਦੇਣਾ ਸੀ ਉਸ ਨੂੰ, ਵੀ ਸੱਜੇ ਹੱਥ ਦੇ ਵਿੱਚ ਉਹ ਚੇਨੀ ਫੜਾ ਦੀ ਜਦ ਮੂਵਮੈਂਟੋ ਦੇਂਗਾ। ਉਹਦੇ ਤੋਂ ਗਲਤੀ ਹੋ ਗਈ ਵੀ ਉਹਨੇ ਖੱਬੇ ਹੱਥ 'ਚ ਦੇਤੀ ਜੀ, ਚੇਨੀ ਖੱਬੇ ਹੱਥ 'ਚ ਫੜਾਤੀ। ਉਹ ਫਿਰ ਬਾਬਾ ਕੀ ਕਰਦਾ, ਖੱਬੇ ਹੱਥ 'ਚੋਂ ਨੀਚੇ ਸੱਜੇ ਹੱਥ 'ਚ ਲੈ ਕੇ ਜਾਂਦਾ ਉਹ ਚੇਨੀ ਨੂੰ। ਉਹ ਫਿਰ ਜਦੋਂ ਸਲੋ ਪ੍ਰੋਸੈਸ ਦੇ ਵਿੱਚ ਉਹ ਚਲਾ ਕੇ ਦੇਖੀ ਉਹਨਾਂ ਨੇ, ਉਹਦੇ ਵਿੱਚ ਪਤਾ ਲੱਗ ਗਿਆ ਵੀ ਉਹ ਟੀਵੀ ਦੇ ਉੱਤੇ ਜਿਹੜਾ ਦਿਖਾਉਣਾ ਸੀ ਇਹ ਪ੍ਰੋਗਰਾਮ, ਨੈਸ਼ਨਲ ਪ੍ਰੋਗਰਾਮ ਆਉਣਾ ਸੀ ਦੂਰਦਰਸ਼ਨ ਤੋਂ, ਉਹ ਤਾਂ ਕੈਂਸਲ ਕਰਤਾ ਸੀ, ਕਿਉਂਕਿ ਉਹਦੇ ਵਿੱਚ ਐਕਸਪੋਜ਼ ਹੋ ਗਿਆ ਸੀ, ਪਤਾ ਲੱਗ ਗਿਆ ਸੀ ਵੀ ਇਸ ਤਰ੍ਹਾਂ ਕਰਦੇ। ਜਾਣੀ ਇੱਦਾਂ ਦਾ ਉਹ ਇਹਨਾਂ ਕੋਲੇ ਹੁੰਦਾ, ਮਤਲਬ ਕਿ ਐਡੇ ਹਰ ਉਸ ਕੋਲੇ ਜਾਣੀ ਇਹੀ ਹੈ। ਇਹਦੇ ਨਾਲ ਇਹ ਹੁੰਦਾ ਵੀ ਇੱਕ ਦੋ ਜਾਦੂ ਦਿਖਾ ਕੇ ਫਿਰ ਉਹਨਾਂ ਦੀ ਦੁਕਾਨਦਾਰੀ ਚੱਲ ਪੈਂਦੀ ਹੈ, ਲੋਕ ਜਾਣ ਲੱਗ ਜਾਂਦੇ ਨੇ, ਫਿਰ ਉਹ ਇਲਾਜ ਕਰਦੇ ਰਹਿੰਦੇ ਨੇ, ਬਿਮਾਰੀਆਂ ਦਾ ਇਲਾਜ ਆ ਲੋਕਾਂ ਨੂੰ ਇਹ ਆ ਵੀ ਕਰ ਦਿੰਦੇ ਨੇ। ਹੁੰਦਾ ਉਹਨਾਂ ਕੋਲ ਕੁਝ ਨਹੀਂ। ਜਿੱਦਾਂ ਸਾਡੇ ਕੋਲ ਇੱਕ ਬੰਦਾ ਆਇਆ, ਕਹਿੰਦਾ ਮੇਰੀ ਬੇਟੀ ਬਿਮਾਰ ਸੀ ਜੀ, ਮੈਂ ਉਹ ਐਡ ਪੜ੍ਹੀ ਇਸ ਦੇ ਵਿੱਚ, ਅਖਬਾਰ ਦੇ ਵਿੱਚ, ਸਾਡੇ ਰਾਜਪੁਰ ਇੱਕ ਤੰਤਰਿਕ ਹੈ ਬਾਬਾ, ਉਹਦੇ ਕੋਲ ਚਲਿਆ ਗਿਆ,
ਤੇ ਨਹੀਂ ਐਡ ਪੜ੍ਹੀ ਇੱਥੇ ਪਟਿਆਲੇ ਸੀ ਸੱਚ, ਲਾਹੌਰ ਬੱਸ ਸਟੈਂਡ ਦੇ ਨਾਲ ਹੀ, ਉਹਦੇ ਕੋਲ ਚਲੇ ਗਏ। ਉਹਨੇ 1100 ਰੁਪਏ ਦੀ ਪਰਚੀ 100 ਰੁਪਇਆ ਲਿਆ ਸਿਰਫ ਪਰਚੀ ਕੱਟਣ ਦਾ। ਤੇ ਅੱਗੇ ਜਾ ਕੇ ਉਸਨੇ ਸਾਨੂੰ ਭਭੂਤੀ ਦੇਤੀ ਵੀ ਇਹ ਉਸ ਦੇ ਵਿੱਚ ਨਹਾਉਣ ਵਾਲੇ ਪਾਣੀ ਦੇ ਵਿੱਚ ਪਾ ਕੇ ਉਸ ਨੂੰ ਨਲਾ ਦਿਓ ਤੇ ਕੁੜੀ ਤੁਹਾਡੀ ਬਿਲਕੁਲ ਠੀਕ ਹੋ ਜੂਗੀ। ਤੇ ਉਹ ਭਭੂਤੀ ਦਾ 1100 ਰੁਪਇਆ ਉਹਨੇ ਅਲੱਗ ਦੇ ਲਿਆ। ਉਹ ਕਹਿੰਦੇ ਵੀ ਜਦੋਂ ਜਾ ਕੇ ਨਲਾ ਤੀ ਤਾਂ ਮੈਨੂੰ ਫੋਨ ਕਰ ਦਿਓ ਨਾਲ ਦੀ ਨਾਲ, ਮੈਂ ਇੱਧਰੋਂ ਇੱਕ ਹੋਰ ਪਾਠ ਕਰਨਾ। ਜਾਣੀ ਉਹਨੂੰ ਪਤਾ ਸੀ ਵੀ ਕੀ ਕਰਨਾ। ਉਹਨਾਂ ਨੇ ਜਾ ਕੇ ਜਦੋਂ ਪੁੜੀ ਖੋਲੀ ਤਾਂ ਉਹਦੇ ਵਿੱਚ ਭਭੂਤੀ ਹੈ ਨਹੀਂ, ਤੇ ਉਹ ਖਾਲੀ। ਉਹਨਾਂ ਨੇ ਕੀਤਾ ਵੀ ਅਸੀਂ ਤਾਂ ਉਹ ਤਾਂ ਖੋਲੀ ਜੀ ਪੁੜੀ ਤੁਹਾਡੀ ਦਿੱਤੀ ਹੋਈ, ਉਹਦੇ ਵਿੱਚੋਂ ਤਾਂ ਕੁਛ ਨਿਕਲ ਹੀ ਨਹੀਂ, ਖਾਲੀ ਹੈ। ਉਹ ਤਾਂ ਕਹਿੰਦਾ ਫਿਰ ਚੀਜ਼ ਬਹੁਤ ਹੀ ਭਾਰੀ ਹੈ, ਬਹੁਤ ਜ਼ਬਰਦਸਤ ਹੈ, ਤੁਹਾਡਾ ਨੁਕਸਾਨ ਕਰ ਸਕਦੀ ਹੈ, ਫਟਾਫਟ ਇੱਥੇ ਆ ਜਾਓ, 7000 ਰੁਪਇਆ ਲੱਗੂਗਾ। 7000 ਰੁਪਇਆ ਜਾਣੀ ਫੇਰ ਉਸ ਤੋਂ ਲੈ ਲਿਆ। ਮਤਲਬ ਵੀ ਉਹ ਚੀਜ਼ ਦੁਬਾਰੇ ਭਭੂਤੀ ਦੇਤੀ, ਦੁਬਾਰੇ ਨਾਲ ਆਈ, ਉਹ ਫਿਰ ਵੀ ਨਹੀਂ ਠੀਕ ਹੋਈ। ਉਹ ਫਿਰ ਸਾਡੇ ਕੋਲ ਆਏ, ਫਿਰ ਅਸੀਂ ਜਾ ਕੇ ਉਹਨਾਂ ਦੇ ਪੈਸੇ ਵਾਪਸ ਕਰਾਏ ਉਸ ਤੋਂ। ਤੇ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦੇ। ਤੁਸੀਂ ਫਿਰ ਬਾਬੇ ਕੋਲੋਂ ਜਾ ਕੇ ਪੈਸੇ ਕਿਵੇਂ? ਬਾਬਾ ਸਿੱਧਾ ਤਾਂ ਇੰਨੀ ਛੇਤੀ ਤਾਂ ਮੰਨਣ ਵਾਲੇ ਹੈ ਨਹੀਂ ਕਿ ਛੇਤੀ ਤੁਹਾਨੂੰ ਕਹਿ ਦੇਗਾ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ। ਫਿਰ ਤੁਸੀਂ ਕਿਵੇਂ ਮਨਾਇਆ ਜੀ ਉਹ ਬਾਬਾ? ਅਸੀਂ ਤਾਂ ਫਿਰ ਉੱਥੇ ਜਾ ਕੇ ਆਪਣਾ ਨਾਟਕ ਕਰਦੇ, ਉਹਨਾਂ ਦੇ ਨਾਲੇ ਪੜਤਾਲ ਕਰਦੇ ਹਾਂ, ਦੇਖਦੇ ਹਾਂ ਵੀ ਉਹ ਕੀ ਕਰਦੇ ਨੇ। ਸਾਡੇ ਜਾਣੀ ਕੋਈ ਮੈਂਬਰ ਨੂੰ ਭੇਜ ਦਿੰਦੇ ਹਾਂ। ਇੱਕ ਮੈਂਬਰ ਜਿਵੇਂ ਚਲਾ ਗਿਆ ਤੇ ਉਹ ਜਾ ਕੇ ਅੰਦਰ ਉਹਨਾਂ ਨੂੰ ਕਹਿੰਦਾ ਵੀ ਮੇਰਾ ਤੇ ਪਤਾ ਨਹੀਂ ਕੀ ਕਸ਼ਟ ਚੱਲ ਰਿਹਾ ਜੀ, ਮੈਂ ਬਹੁਤ ਤੰਗ ਆ, ਉੱਧਰ ਘਰ ਲੜਾਈ ਆ, ਉੱਧਰ ਦਫ਼ਤਰ ਵਾਲੇ ਤੰਗ ਕਰਦੇ ਰਹਿੰਦੇ ਨੇ, ਮੈਨੂੰ ਲੱਗਦਾ ਵੀ ਸ਼ਾਇਦ ਮੈਨੂੰ ਤਾਂ 1-2 ਦਿਨਾਂ 'ਚ ਸਸਪੈਂਡ ਹੀ ਨਾ ਕਰ ਦੇਣ ਜੀ। ਉਹਨੇ ਆਪਣਾ ਤਾਂਤਰਿਕ ਨੇ ਇੱਕ ਉਂਗਲੀ ਰਖਾਈ ਉੱਥੇ, ਦੇਖ ਕੇ ਕਹਿੰਦਾ ਵੀ ਤੇਰੇ ਤੇ ਤਾਂ ਸ਼ਨੀ ਗ੍ਰਹਿ ਹੈ ਜੀ। ਉਹ ਸਾਡੇ ਮੈਂਬਰ ਕਹਿਣ ਲੱਗੇ ਵੀ ਹੈ ਮੈਂ ਤਾਂ ਸ਼ਨੀ ਦਾ ਕੋਈ ਵਿਗਿਆੜਿਆ ਨਹੀਂ ਕੁਛ, ਮੈਂ ਤਾਂ ਉਹਨੂੰ ਕਦੇ ਉਹਦਾ ਨੁਕਸਾਨ ਨਹੀਂ ਕੀਤਾ, ਉਹ ਮੇਰੇ ਤੇ ਕਿਉਂ ਆ ਗਿਆ? ਉਹ ਤਾਂ ਕਹਿੰਦਾ ਐਂ ਆ ਜਾਂਦਾ ਹੁੰਦਾ। ਕਹਿੰਦਾ ਕਿੰਨੀ ਕੁ ਦੇਰ ਰਹੂਗਾ? ਉਹ ਕਹਿੰਦਾ 6 ਮਹੀਨੇ ਰਹੂਗਾ। ਕਹਿੰਦਾ ਇਲਾਜ? ਉਹ ਕਹਿੰਦਾ ਵੀ 21000 ਰੁਪਇਆ ਲੱਗੂਗਾ ਤੇ ਇਲਾਜ ਕਰ ਦਿੰਦੇ ਆ। ਉਹ ਕਹਿੰਦਾ ਪੈਸੇ ਬਹੁਤ ਜ਼ਿਆਦਾ ਨੇ ਜੀ। ਉਹ ਕਹਿੰਦਾ ਨਹੀਂ ਇਸ ਤੋਂ ਘੱਟ ਤਾਂ ਨਹੀਂ, ਚਾਹੇ ਕਿਤੋਂ ਹੋਰ ਪਤਾ ਕਰ ਲਓ, ਇੰਨੇ 1000 ਲੱਖ ਪਾਠ ਕਰਨੇ ਪੈਣਗੇ, ਉਹਦਾ ਘੱਟੋ ਘੱਟ ਮੈਂ ਤਾਂ ਪਹਿਲਾਂ ਹੀ ਜਾਇਜ਼ ਪੈਸੇ ਦੱਸੇ ਨੇ ਬਿਲਕੁਲ ਤੁਹਾਨੂੰ ਜੀ। ਉਹ ਕਹਿੰਦਾ ਵੀ ਇੰਨੇ ਪੈਸੇ ਤਾਂ ਮੇਰੇ ਚੰਗੇ ਜਾਇਜ਼ ਹੈ ਨਹੀਂ, ਚਲੋ ਜਿੱਥੇ ਮੈਨੂੰ 5-6 ਸਾਲ ਹੋ ਗਏ ਹੈਰਾਨ ਹੁੰਦੇ ਨੂੰ, 6 ਮਹੀਨੇ ਹੋਰ ਹੋ ਜਾਂਦੇ ਆ ਜੀ। ਉਹਨੇ ਦੇਖਿਆ ਵੀ 6 ਮਹੀਨੇ ਹੋਰ ਕਰਨਾ ਹੀ ਨਹੀਂ, ਕੋਈ 6 ਮਹੀਨੇ ਕਹਿੰਦਾ ਜ਼ਰੂਰੀ ਨਹੀਂ, ਇਹ 6 ਮਹੀਨੇ ਤੋਂ 6 ਸਾਲ ਵੀ ਰਹਿ ਸਕਦਾ। ਉਹ ਕਹਿਣ ਲੱਗੇ ਵੀ ਬਾਬਾ ਤੁਹਾਡੇ ਤੇ ਵੀ ਆ ਜਾਂਦਾ ਸ਼ਨੀ ਗ੍ਰਹਿ। ਉਹ ਫਿਰ ਅਲਰਟ ਜਾ ਹੋ ਗਿਆ। ਉਹ ਕਹਿੰਦਾ ਕੀ ਗੱਲ? ਕਹਿੰਦਾ ਅੱਜ ਤੇਰੇ ਤੇ ਆ ਗਿਆ। ਉਹ ਕਹਿੰਦਾ ਵੀ ਕੀ ਗੱਲ? ਉਹ ਕਹਿੰਦਾ ਤੂੰ ਲੋਕਾਂ ਤੋਂ ਪੈਸੇ ਲੁੱਟੀ ਜਾਂਦਾ ਤੇ ਤੇਰੇ ਕੋਲ ਹੈ ਤਾਂ ਕੋਈ ਹੁੰਦਾ ਨਹੀਂ, ਤੁਹਾਡੇ ਕੋਲ ਹੁੰਦਾ ਨਹੀਂ, ਤੇ ਪੈਸਾ ਲੋਕਾਂ ਤੋਂ ਲੁੱਟੀ ਜਾਂਦਾ ਤੇ ਵਹਿਮ ਭਰਮ ਫੈਲਾਉਂਦੇ ਹੋ। ਉਹ ਕਹਿੰਦਾ ਮੈਂ ਕੀ ਤੋਂ ਲੁੱਟਿਆ? ਅਸੀਂ ਫਿਰ ਉਹਨਾਂ ਨੂੰ ਬੁਲਾ ਲਿਆ ਵੀ ਇਹਦੇ ਤੋਂ ਇੰਨੇ ਪੈਸੇ ਲਏ ਸੀ। ਉਹਨੇ ਫਿਰ ਉਹਦੇ ਪੈਸੇ ਵਾਪਸ ਕਰਤੇ। ਮਤਲਬ ਕਿ ਮੰਨ ਜਾਂਦੇ ਨੇ ਬਾਬੇ ਜੀ? ਮੰਨ ਜਾਂਦੇ ਨੇ, ਹਾਂ। ਤੇ ਸਰ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਜਿਵੇਂ ਕਈ ਵਾਰੀ ਤੁਸੀਂ ਜਾਂਦੇ ਹੋ, ਕਦੇ ਅਜਿਹੀ ਘਟਨਾ ਵੀ ਕੋਈ ਵਾਪਰੀ ਹੈ ਕਿ ਤੁਸੀਂ ਗਏ ਤੇ ਇਲਾਜ ਕਰਨ ਲਈ ਤੇ ਉੱਥੇ ਜਾ ਕੇ ਜਾਂ ਤਾਂ ਉਹ ਘਰ ਦੇ ਨਹੀਂ ਮੰਨੇ ਜਾਂ ਫਿਰ ਪਿੰਡ ਦੇ ਲੋਕ ਨਹੀਂ ਮੰਨੇ, ਜਾਂ ਫਿਰ ਉਹ ਕਹਿ ਦਿੰਦੇ ਨੇ ਕਿ ਹਾਂ ਵੀ ਜਦੋਂ ਤੁਸੀਂ ਮਤਲਬ ਕਿ ਸੱਚਾਈ ਦੱਸਦੇ ਹੋ ਲੋਕਾਂ ਨੂੰ, ਲੋਕ ਤੁਹਾਡੀ ਗੱਲ ਮੰਨਣ ਦੀ ਬਜਾਏ ਉਸ ਵਹਿਮ ਭਰਮ 'ਚ ਹੀ ਜ਼ਿੰਦਗੀ ਕੱਟਣੀ ਮਤਲਬ ਕਿ ਸਹੀ ਸਮਝਦੇ ਨੇ, ਉਸ ਵਹਿਮ ਨੂੰ ਹੀ ਉਸ ਤਰ੍ਹਾਂ ਹੀ ਜਿਉਣਾ ਸਹੀ ਸਮਝਦੇ ਨੇ। ਕਿਉਂਕਿ ਕਈ ਬੰਦੇ ਇਹਨਾਂ ਚੀਜ਼ਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਖੁੱਬੇ ਹੁੰਦੇ ਨੇ, ਇੰਨਾ ਕੁ ਜ਼ਿਆਦਾ ਉਹਨਾਂ ਦਾ ਵਿਸ਼ਵਾਸ ਬਣਿਆ ਹੁੰਦਾ ਕਿ ਉਹ ਆਪਣਾ ਵਿਸ਼ਵਾਸ ਟੁੱਟਣ ਤੇ ਹਰਟ ਹੁੰਦੇ ਨੇ, ਇਸ ਕਰਕੇ ਉਹ ਆਪਣਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੁੰਦੇ। ਕੋਈ ਅਜਿਹੀ ਘਟਨਾ ਵਾਪਰੀ ਹੈ ਜੀ ਤੁਹਾਡੇ ਨਾਲ ਕਦੇ? ਹਾਂ, ਇਸ ਤਰ੍ਹਾਂ ਜਾਣੀ ਜਿਹੜੇ ਸਾਡੀ ਸਲਾਹ ਮੰਨ ਲੈਂਦੇ ਨੇ, ਜੋ ਅਸੀਂ ਸਲਾਹ ਦਿੰਦੇ ਹਾਂ ਉਹਨਾਂ ਨੂੰ ਜੀ, ਤੇ ਉਹ ਤਾਂ ਠੀਕ ਹੋ ਜਾਂਦੇ ਨੇ। ਕਈ ਵਾਰੀ ਆਉਂਦੀ ਆ ਦਿੱਕਤ, ਕਈ ਵਾਰੀ ਜਿੱਦਾਂ ਕੁੜੀਆਂ ਨੂੰ ਕਸਰ ਹੋਣ ਲੱਗ ਗਈ ਜਾਂ ਕਿਸੇ ਦੀ ਨੂੰਹ ਨੂੰ ਕਸਰ ਹੋਣ ਲੱਗ ਗਈ, ਉਹਦਾ ਕਾਰਨ ਇਹ ਹੁੰਦਾ ਵੀ ਉਹ ਤੋਂ ਕੰਮ ਜ਼ਿਆਦਾ ਲਿਆ ਜਾਂਦਾ, ਉਹਦੇ ਇੱਜ਼ਤ ਮਾਣ ਨਹੀਂ ਹੁੰਦਾ। ਅਸੀਂ ਉਹਨਾਂ ਨੂੰ ਹਦਾਇਤ ਕਰਕੇ ਆਉਣਾ ਵੀ ਇਸ ਤਰ੍ਹਾਂ ਕਰੋ, ਕੰਮ ਵੰਡ ਕੇ ਥੋੜ੍ਹਾ ਜਿਹਾ ਕੰਮ ਵੰਡ ਲਓ ਜਾਂ ਇਹਨੂੰ ਇਸ ਤਰ੍ਹਾਂ ਉਹ ਕਰੋ। ਜੇ ਕੋਈ ਨਹੀਂ ਮੰਨਦੇ ਤਾਂ ਉਹਦਾ ਫਿਰ ਇਹ ਆ ਵੀ ਉਹ ਨਹੀਂ ਮਸਲਾ ਹੱਲ ਹੁੰਦਾ। ਜਾਣੀ ਕਈ ਵਾਰੀ ਇੱਦਾਂ ਵੀ ਹੁੰਦਾ, ਜਿਵੇਂ ਇੱਕ ਕੇਸ ਦੇ ਉੱਤੇ ਗਏ, ਉਹਨਾਂ ਦੇ ਅੱਗ ਲੱਗਦੀ ਸੀ, ਬਹੁਤ ਸਾਰਾ ਨੁਕਸਾਨ ਹੋ ਗਿਆ ਸੀ। ਆਮ ਤੌਰ 'ਤੇ ਅੱਗ ਲੱਗਣ ਦਾ ਕਾਰਨ ਕੀ ਆ? ਔਰਤਾਂ ਘਰ ਨੂੰ ਪਿਆਰ ਕਰਦੀਆਂ ਨੇ ਵੱਧ, ਬੰਦੇ ਕਈ ਵਾਰੀ ਗਲਤ ਸੁਸਾਇਟੀ ਦੇ ਵਿੱਚ ਪੈ ਕੇ ਨਸ਼ਿਆਂ 'ਚ ਪੈ ਜਾਂਦੇ ਨੇ। ਜਿਹੜਾ ਬੰਦਾ ਨਸ਼ੇ ਕਰਨ ਲੱਗ ਜਾਂਦਾ ਉਹਦੇ ਵਾਸਤੇ ਹੋਰ ਕੋਈ ਚੀਜ਼ ਨਹੀਂ ਹੁੰਦਾ, ਉਹਦਾ ਨਸ਼ਾ ਹੁੰਦਾ, ਬਸ ਨਸ਼ਾ ਮਿਲ ਜੇ, ਨਹੀਂ ਮਿਲਦਾ, ਘਰ-ਬਾਰ ਭੈਣ ਭਰਾ ਉਹਨਾਂ ਦਾ ਕੁਝ ਨਹੀਂ ਹੁੰਦਾ। ਉਹ ਫਿਰ
ਇਹ ਕਿ ਬਹੁਤੇ ਕੇਸਾਂ 'ਚ ਹੁੰਦਾ ਵੀ ਬੰਦੇ ਸ਼ਰਾਬ ਪੀਂਦੇ ਨੇ, ਜ਼ਿਆਦਾ ਨੁਕਸਾਨ ਕਰਦੇ ਨੇ, ਪੈਸੇ ਬਰਬਾਦ ਕਰਦੇ ਨੇ, ਫਿਰ ਇੱਦਾਂ ਅੱਗਾ ਉੱਗਾ ਲੱਗਣ ਲੱਗ ਜਾਂਦੇ ਨੇ। ਇੱਕ ਘਰ ਦੇ ਵਿੱਚ ਗਏ, ਅਸੀਂ ਉਹਨਾਂ ਨੂੰ ਕਿਹਾ ਬੰਦੇ ਨੂੰ ਵੀ ਤੁਸੀਂ ਸ਼ਰਾਬ ਬੰਦ ਕਰ ਦਿਓ। ਉਹ ਕਹਿੰਦਾ ਬੰਦ ਤਾਂ ਨਹੀਂ ਮੈਂ ਕਰਦਾ, ਮੇਰੇ ਕੰਨੋਂ ਤਾਂ ਸਭ ਕੁਝ ਫੁੱਕ ਜੇ ਜੋ ਹੈਗਾ। ਜੇ ਨਹੀਂ ਮੰਨਦਾ ਤਾਂ ਫਿਰ ਉੱਦਾਂ ਤਾਂ ਫਿਰ ਉਹ ਮਸਲਾ ਉੱਦਾਂ ਹੀ ਰਹਿ ਜਾਂਦਾ। ਹਾਂ, ਜੇ ਕਈ ਵਾਰੀ ਇੱਦਾਂ ਦਾ ਹੋਵੇ ਤਾਂ ਫਿਰ ਉਹ ਸਲਾਹ ਮੰਨ ਲੈਂਦੇ ਨੇ ਤੇ ਬਹੁਤ ਸਾਰੇ ਠੀਕ ਹੋ ਜਾਂਦੇ ਨੇ ਕੇਸ ਜੀ। ਸੋ ਇਸ ਤਰ੍ਹਾਂ ਜਦੋਂ ਤੁਸੀਂ ਮਤਲਬ ਕਿ ਜਾਣਦੇ ਹੋ ਲੋਕਾਂ ਦੇ ਵਹਿਮ ਭਰਮ ਕੱਢਣ, ਤਾਂ ਕਾਫੀ ਵਾਰੀ ਇੱਦਾਂ ਵੀ ਹੋ ਸਕਦਾ ਕਿ ਬੰਦੇ ਲੋਕ ਮੰਨਦੇ ਨਹੀਂ ਗੱਲ, ਤੇ ਉਸ ਤਰ੍ਹਾਂ ਵਹਿਮ ਭਰਮਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਜਿਹੜੀ ਕਿ ਸਹੀ ਸਮਝਦੇ ਨੇ। ਪਰ ਕਿਤੇ ਨਾ ਕਿਤੇ ਦੋਸਤੋ ਗੱਲ ਤਰਕ ਦੇ ਨਾਲ ਸੋਚਣ ਦੀ ਹੁੰਦੀ ਹੈ, ਗੱਲ ਦੀ ਤਹਿ ਤੱਕ ਜਾਣ ਦੀ ਹੁੰਦੀ ਹੈ। ਕਿਉਂਕਿ ਜਿੰਨਾ ਅਸੀਂ ਇਹਨਾਂ ਅੰਧ ਵਿਸ਼ਵਾਸਾਂ ਦੇ ਵਿੱਚ, ਜਿੰਨਾ ਅਸੀਂ ਇਹਨਾਂ ਬੇਲੋੜੀਆਂ ਚੀਜ਼ਾਂ ਦੇ ਵਿੱਚ ਖੁੱਭਦੇ ਜਾਵਾਂਗੇ, ਉਨਾ ਸਾਡੀ ਪੈਸੇ ਦੀ ਬਰਬਾਦੀ ਵੀ ਹੈ, ਸਾਡੀ ਜ਼ਿੰਦਗੀ ਦੀ ਬਰਬਾਦੀ ਹੈ। ਈਵਨ ਕਿ ਇੱਥੋਂ ਤੱਕ ਕਿ ਕਈ ਵਾਰੀ ਅਸੀਂ ਆਪਣੇ ਰਿਸ਼ਤੇ ਤੱਕ ਹੈ ਜਿਹੜੇ ਉਹਨਾਂ ਨੂੰ ਵੀ ਬਲੀ ਚੜਾਉਣੀ ਪੈਂਦੀ ਹੈ ਇਹਨਾਂ ਸਾਰੀ ਚੀਜ਼ਾਂ ਦੇ। ਕਿਉਂਕਿ ਜਿਸ ਤਰ੍ਹਾਂ ਕਿ ਸਰ ਦੱਸ ਰਹੇ ਨੇ ਕਿ ਕਈ ਵਾਰੀ ਨੂੰਹਾਂ ਧੀਆਂ ਨੇ ਜਿਹੜੀਆਂ, ਉਹ ਉਹਨਾਂ ਵੱਲੋਂ ਲਾ ਲਓ ਵੀ ਕਾਸਰ ਦੀ ਜਿਹੜੀ ਕਿ ਪ੍ਰੋਬਲਮ ਆਉਂਦੀ ਆ, ਉਹ ਕਹਿ ਦਿੰਦੇ ਨੇ, ਤੇ ਬਾਬੇ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਕਿ ਤੇ ਉਹ ਕਹਿ ਦਿੰਦੇ ਨੇ ਵੀ ਤੁਹਾਡੀ ਫਲਾਣੀ ਨੂੰਹ ਆ, ਇਹ ਤਾਂ ਮਤਲਬ ਕਿ ਇਹਦੀ ਹੀ ਗਲਤੀ ਆ, ਇਹਨੇ ਐਂ ਕਰਤਾ, ਇਹਨੇ ਐਂ ਕਰਤਾ। ਜਾਂ ਫਿਰ ਘਰ ਦੇ ਵਿੱਚ ਕਦੇ ਚੋਰੀ ਹੋ ਗਈ, ਉਹਨੇ ਨੂੰਹ ਦਾ ਨਾਮ ਲਾਤਾ। ਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਕਿ ਕਈ ਵਾਰੀ ਰਿਸ਼ਤੇ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ ਜੀ। ਹਾਂਜੀ ਹਾਂਜੀ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹ ਹੁੰਦੀਆਂ ਨੇ। ਇੱਕ ਮੇਰੇ ਪਹਿਲੀ ਤੁਹਾਡੇ ਸਵਾਲ ਕੀਤਾ ਤੇ ਉਹਦਾ ਬੜਾ ਵਧੀਆ ਕੇਸ ਯਾਦ ਆ ਗਿਆ। ਇੱਕ ਘਰ ਦੇ ਵਿੱਚ ਮੱਝਾਂ ਦੇ ਸੰਗਲ ਖੁੱਲ ਜਾਂਦੇ ਸੀ ਆਪਣੇ ਆਪ ਜੀ। ਉਹ ਬੰਨ੍ਹ ਕੇ ਆਉਂਦੇ ਸੀ, ਮੱਝਾਂ ਦੇ ਸੰਗਲ ਖੁੱਲ ਜਾਂਦੇ, ਉਹ ਕੋਈ ਨੁਕਸਾਨ ਕਰਦੀਆਂ, ਕੋਈ ਬੂਟਾ ਉਹ ਤੋੜ ਦੇਣੀਆਂ, ਦਾਣਾ ਖਾ ਜਾਣਾ, ਜਾਂ ਹੋਰ ਕੋਈ ਆਪਣਾ ਜਿਵੇਂ ਮੱਝਾਂ ਦਾ ਪਸ਼ੂਆਂ ਦਾ ਹੁੰਦਾ ਵੀ ਨੁਕਸਾਨ ਕਰਦੇ, ਕੋਈ ਚੀਜ਼ ਘਰ ਦੀ ਤੋੜ ਦੇਣੀ। ਉਹ ਖੁੱਲ੍ਹਦੇ ਰਹਿੰਦੇ ਸੀ। ਅਖੀਰ ਸਾਡੇ ਕੋਲ ਆਏ ਤੇ ਅਸੀਂ ਜਾ ਕੇ ਉਹਦਾ ਪਤਾ ਲਾਇਆ। ਜਦੋਂ ਉਹਨਾਂ ਨੇ ਦੱਸਿਆ ਵੀ ਸੰਗਲ ਨੇ ਜਿਹੜੇ ਉਹ 2 ਵਜੇ ਤੋਂ ਬਾਅਦ ਜਾਂ 3 ਵਜੇ ਤੋਂ ਬਾਅਦ ਖੁੱਲ੍ਹਦੇ ਨੇ, ਜਾਂ ਸਵੇਰੇ 8 ਵਜੇ ਤੋਂ ਪਹਿਲਾਂ ਖੁੱਲ੍ਹਦੇ ਨੇ, ਐਤਵਾਰ ਨੂੰ ਦਿਨ 'ਚ ਵੀ ਖੁੱਲ੍ਹ ਜਾਂਦੇ ਨੇ ਜੀ। ਤੇ ਥੋੜਾ ਜਿਹਾ ਇਸ ਤਰ੍ਹਾਂ ਦੀ ਉਹਨਾਂ ਨਾਲ ਪੁੱਛ ਪੜਤਾਲ ਨਾਲ ਕੰਮ ਸੌਖਾ ਹੋ ਜਾਂਦਾ। ਪਤਾ ਲੱਗ ਗਿਆ ਵੀ ਉਹਨਾਂ ਦਾ ਜਿਹੜਾ ਬੱਚਾ ਮੁੰਡਾ ਉਹ ਇਹ ਕੰਮ ਕਰਦਾ ਹੈ, ਕਿਉਂਕਿ ਐਤਵਾਰ ਨੂੰ ਉਹਨੂੰ ਛੁੱਟੀ ਹੁੰਦੀ ਆ, ਉਹ ਦਿਨ 'ਚ ਵੀ ਖੋਲ੍ਹ ਦਿੰਦਾ। ਸਵੇਰੇ ਉਹ 8 ਵਜੇ ਸਕੂਲ ਜਾਂਦਾ, 2 ਵਜੇ ਆਉਂਦਾ। 8 ਵਜੇ ਤੋਂ ਪਹਿਲਾਂ ਖੁੱਲ੍ਹਦੇ ਆ ਜਾਂ ਬਾਅਦ 'ਚ ਖੁੱਲ੍ਹਦੇ ਆ, ਉਹ ਛੇਤੀ ਜਿਹੜਾ ਸਾਨੂੰ ਪਤਾ ਲੱਗਿਆ। ਅਸੀਂ ਉਹਨਾਂ ਨੂੰ ਕਿਹਾ, ਉਹ ਮੁੰਡਾ ਕਹਿੰਦਾ ਜੀ ਮੈਂ ਜਦੋਂ ਸਕੂਲ 'ਚੋਂ ਆਉਣਾ ਤੇ ਮੈਨੂੰ ਡੰਗਰ ਛਡਾ ਦਿੰਦੇ ਨੇ, ਮੈਂ ਡੰਗਰ ਚਾਰਨ ਚਲੇ ਜਾਂਦਾ। ਥੋੜ੍ਹੀ ਜਿਹੀ ਪੁਰਾਣੀ ਗੱਲ ਆ, ਉਦੋਂ ਜਦੋਂ ਡੰਗਰ ਚਾਰਦੇ ਹੁੰਦੇ ਸੀ। ਤੇ ਫਿਰ ਮੇਰੇ ਤੋਂ ਸਕੂਲ ਦਾ ਹੋਮਵਰਕ ਹੁੰਦਾ ਨਹੀਂ, ਫਿਰ ਮਾਸਟਰ ਅੱਗੇ ਕੁੱਟਦੇ ਹੁੰਦੇ ਸੀ, ਕਹਿੰਦਾ ਮੇਰੇ ਹਰ ਰੋਜ਼ ਡੰਡੇ ਪੈਂਦੇ ਆ ਸਕੂਲ ਦੇ ਵਿੱਚ, ਵੀ ਮੈਂ ਤਾਂ ਇਹ ਖੋਲ੍ਹਣ ਲੱਗਿਆ ਵੀ ਉਸ ਤਰ੍ਹਾਂ ਕਰਕੇ ਵੀ ਇਹ ਘਟਾ ਦੇਣ ਤੇ ਵੇਚ ਦੇਣ, ਡੰਗਰ ਜ਼ਿਆਦਾ ਨੇ। ਹਾਂ, ਤੇ ਅਸੀਂ ਫਿਰ ਉਹ ਘਰਦਿਆਂ ਨੂੰ ਮਨਾ ਲਿਆ ਵੀ ਇਹ ਡੰਗਰ ਨੇ ਜਿਹੜੇ ਘਟਾ ਦਿਓ, ਜ਼ਿਆਦੇ ਨੇ। ਤੇ ਉਹਦਾ ਉਹਨਾਂ ਨੂੰ ਦਿੱਤੀਆਂ, ਕੋਈ ਹਦਾਇਤਾਂ ਦਿੱਤੀਆਂ। ਪਰ ਉਦੋਂ ਬਾਅਦ ਥੋੜ੍ਹੇ ਦਿਨ ਠੀਕ ਰਹੇ। ਉਹਨਾਂ ਨੇ ਫਿਰ ਸਾਡੇ ਕੋਲ ਕਹਿੰਦੇ ਜਦ ਤੁਸੀਂ ਕਰਕੇ ਗਏ ਇਲਾਜ, ਇੰਨੇ ਕੁ ਦਿਨ ਤਾਂ ਠੀਕ ਰਿਹਾ, ਹੁਣ ਤਾਂ ਸਗੋਂ ਜ਼ਿਆਦਾ ਖੁੱਲ੍ਹਣ ਲੱਗ ਗਏ। ਫਿਰ ਉਹ ਬੱਚੇ ਨੂੰ ਪੁੱਛਿਆ ਵੀ ਕੀ ਗੱਲ, ਤੂੰ ਉਹ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਅੱਗੇ ਤੋਂ ਨਹੀਂ ਖੋਲ੍ਹਦਾ, ਤਾਂ ਵਾਅਦਾ ਤੋੜਿਆ। ਕਹਿੰਦਾ ਜੀ ਮੇਰੇ ਘਰਦਿਆਂ ਨੇ ਵੀ ਤਾਂ ਵਾਅਦਾ ਤੋੜਿਆ। ਇਹ ਤੁਸੀਂ ਇਹਨਾਂ ਨੂੰ ਕਿਹਾ ਸੀ ਵੀ ਡੰਗਰ ਘਟਾ ਲਓ, ਇਹਨਾਂ ਨੇ ਤਾਂ ਮੱਝ ਸਗੋਂ ਇੱਕ ਹੋਰ ਲਿਆਂਦੀ, ਵਧਾ ਲਈਆਂ ਵੀ। ਜਾਣੀ ਜੇ ਇੱਦਾਂ ਨਹੀਂ ਉਹ ਹੁੰਦਾ, ਘਰ ਦੇ ਸਾਡੀ ਸਲਾਹ ਨਹੀਂ ਮੰਨਦੇ, ਤਾਂ ਫਿਰ ਉਹ ਮਸਲਾ ਕਿਤੇ ਨਾ ਕਿਤੇ ਉਹਨਾਂ ਨੂੰ ਫਿਰ ਇਸ ਚੀਜ਼ ਦਾ ਨੁਕਸਾਨ ਆ ਜਿਹੜਾ ਉਹ ਝੱਲਣਾ ਪੈਂਦਾ। ਹਾਂਜੀ, ਦੂਜਾ ਤੁਸੀਂ ਸਵਾਲ ਪੁੱਛਿਆ ਤੇ ਵੀ ਕਈ ਵਾਰੀ ਰਿਸ਼ਤੇ ਟੁੱਟਣ ਤੱਕ ਵੀ ਨੌਬਤ ਆ ਜਾਂਦੀ ਹੈ। ਇਹ ਤਾਂ ਬਹੁਤ ਹੀ ਜ਼ਿਆਦਾ ਹੁੰਦੀਆਂ ਨੇ। ਉਹ ਨਾਲੇ ਤਾਂ ਸਧਾਰਨ ਲੋਕਾਂ ਤੋਂ ਪੈਸੇ ਲੁੱਟ ਲੈਂਦੇ ਨੇ, ਨਾਲੇ ਘਰ ਦੇ ਵਿੱਚ ਲੜਾਈ ਪਵਾ ਦਿੰਦੇ। ਇੱਕ ਚਲੋ ਅਸੀਂ ਪਿੰਡ ਨਹੀਂ ਦੱਸਦੇ ਹੁੰਦੇ, ਕਈ ਵਾਰੀ ਫਿਰ ਬੰਦਾ ਆਪਣੇ ਆਪ ਨੂੰ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦਾ। ਇੱਕ ਇੱਥੇ ਪਟਿਆਲੇ ਦੇ ਨੇੜੇ ਹੀ ਪਿੰਡ ਹੈ, ਉਹ ਸਾਡੇ ਕੋਲ ਆਇਆ। ਉਹ ਕਹਿੰਦਾ ਜੀ ਇੱਕ ਬਾਬਾ ਥੋੜ੍ਹਾ ਜਿਹਾ ਸਾਡੇ ਨਾਲ ਜਾਣ ਪਛਾਣ ਸੀ, ਉਹ ਕਹਿੰਦਾ ਵੀ ਤੁਹਾਡੇ ਘਰੇ ਸੋਨੇ ਦੇ 5 ਘੜੇ ਦੱਬੇ ਹੋਏ ਨੇ ਜੀ। ਅਸੀਂ ਕਿਹਾ ਵੀ ਸਾਡੇ ਵਡਾਰੂ ਤਾਂ ਦੱਸਦੇ ਤੇ ਵੀ ਕੋਈ ਐਡੀ ਗੁੰਜਾਇਸ਼ ਨਹੀਂ ਸੀ, ਸਾਡੇ ਕਿੱਥੋਂ ਆ ਗਏ? ਉਹ ਕਹਿੰਦਾ ਮੈਂ ਕੱਢ ਕੇ ਦਿਖਾਊਂਗਾ, ਉਦੋਂ ਪਹਿਲਾਂ ਦੇ ਹੋਣੇ ਕਿਤੇ ਜੀ। ਕਹਿੰਦਾ ਖਰਚਾ ਕੋਈ ਵੀ ਨਹੀਂ, 1100 ਰੁਪਇਆ ਲੱਗੂਗਾ, ਸ਼ਾਇਦ 1100 ਵੀ ਤੋਂ ਵੀ 100 ਹੀ ਦੱਸਿਆ ਹੋਵੇ ਜੀ। ਚਲੋ ਜੀ, ਅਸੀਂ ਕਿਹਾ ਵੀ ਕੱਢ ਦੇ, ਫਿਰ ਜੇ ਫ੍ਰੀ 'ਚ ਨਿਕਲਦਾ ਫਿਰ ਸਾਨੂੰ ਕੀ ਮਾੜਾ। ਉਹ ਸਾਡੇ ਘਰ ਆ ਗਿਆ ਜੀ। ਕਈ ਦਿਨ ਅਸੀਂ ਉਹਦੀ ਸੇਵਾ ਕਰਦੇ ਰਹੇ ਤੇ ਉਹ ਪਾਠ ਕਰਦਾ ਰਿਹਾ। ਇੱਕ ਦਿਨ ਉਸਨੇ ਕਹੀ ਮੰਗਾ ਲਈ ਤੇ ਸਾਡੇ ਅੰਦਰੋਂ ਪੱਟਣ ਲੱਗ ਗਿਆ। ਤੇ ਉਹ ਕਹਿੰਦਾ ਵੀ ਇਹ ਚੀਜ਼ ਹੈ ਜਿਹੜੀ ਬਹੁਤ ਤਕੜੀ ਹੈ, ਵੀ ਜੇ ਕੋਈ ਦੇਖ ਲੂ ਤਾਂ ਅੰਨਾ ਹੋ ਜਾਊਗਾ।
ਜੀ। ਤੇ ਅਸੀਂ ਬਾਹਰ ਚਲੇ ਗਏ। ਉਸ ਤੋਂ ਬਾਅਦ ਉਹਨੇ ਇੱਕ ਘੜਾ ਕੱਢਿਆ ਜੀ। ਘੜੇ ਦੇ ਵਿੱਚ ਉਹਨੇ ਸਾਨੂੰ ਦਿਖਾਈ ਸੋਨੇ ਦੀ ਭਾਰੀ ਜੀ ਜੰਜੀਰੀ ਜਾਨੀ ਚੇਨੀ, ਉਹ ਦਿਖਾਈ। ਕਹਿੰਦਾ ਲੈ ਵੀ ਇੱਕ ਘੜਾ ਤਾਂ ਨਿਕਲਿਆ। ਕਹਿੰਦਾ ਜਦੋਂ ਮੈਂ ਅੱਗੇ ਵੱਧ ਕੇ ਦੇਖਣ ਲੱਗਿਆ, ਉਹ ਕਹਿੰਦਾ ਅੱਗੇ ਨਾ ਜੀ, ਜੇ ਤੇਰੀ ਨਜ਼ਰ ਇਹਦੇ ਤੇ ਪੈ ਗਈ ਇਹ ਤਾਂ ਮਿੱਟੀ ਬਣ ਜਾਊਗਾ ਸਾਰਾ ਜੀ, ਵੀ ਇਹ ਤਾਂ ਹਜੇ ਇਹਦਾ ਤਾਂ ਸੋਧਣਾ ਪੈਣਾ ਇਹ, ਫੇਰ ਉਹ ਬਣੂਗਾ। ਹਜੇ ਤਾਂ ਇਹਦੇ ਤੇ ਬਹੁਤ ਮਿਹਨਤ ਕਰਨੀ ਪੈਣੀ ਹੈ, ਹਜੇ ਤਾਂ ਕੱਢਿਆ ਇਹ। ਤੇ ਉਦੋਂ ਬਾਅਦ ਉਹਨੇ ਕਿਹਾ ਵੀ 50,000 ਰੁਪਈਆ ਦੇ ਦਿਓ, ਫਿਰ ਮੈਂ ਜਿਹੜਾ ਇਹਨੂੰ ਆਪਣੇ ਪਾਠ ਦੇ ਨਾਲ, ਆਪਣੇ ਮੰਤਰ ਦੀ ਸ਼ਕਤੀ ਦੇ ਨਾਲ, ਤਾਂ ਕਿ ਇਹ ਸੋਨਾ ਹੀ ਬਣਾ ਰਹੇ, ਮਿੱਟੀ ਨਹੀਂ ਬਣੂਗਾ, ਖਰਾ ਉਹ ਨਹੀਂ ਹੋਊਗਾ। ਉਦੋਂ ਫਿਰ ਅਸੀਂ ਨੇ ਕਿਹਾ ਵੀ 2-3 ਕਿਲੋ ਤਾਂ ਘੱਟੋ ਘੱਟ ਸੋਨਾ ਇਹਦੇ 'ਚ ਹੋਣਾ ਹੀ। 50,000 ਦੀ ਕਿਲੋ ਕੇ ਤੋਂ ਲਿਆ ਕੇ 50,000 ਰੁਪਈਆ ਦੇਤਾ ਜੀ। ਉਹ ਫਿਰ ਕਹਿੰਦਾ ਵੀ 4 ਘੜੇ ਇਹਦੇ ਨਾਲ ਦੇ ਹੋਰ ਨੇ, 5 ਆ ਜਾਣਗੇ, ਥੋੜ੍ਹੇ ਦਿਨ ਪਾਠ ਕਰੂੰਗਾ ਮੈਂ, ਉਦੋਂ ਬਾਅਦ ਇਸ ਤਰ੍ਹਾਂ ਕਰਕੇ 5 ਘੜੇ ਸੋਨਾ ਤੁਹਾਡੀ ਗਰੀਬੀ ਦੂਰ ਹੋ ਜੂਗੀ, ਬੱਲੇ ਬੱਲੇ ਹੋ ਜੂ ਆਲੇ ਦੁਆਲੇ 'ਚ, ਚਾਹੇ ਜ਼ਮੀਨ ਖਰੀਦਿਓ ਜਾਂ ਜਿੱਥੇ ਮਰਜ਼ੀ ਖਰਚ ਕਰਿਓ, ਕੋਠੀਆਂ ਪਾ ਜਨ। 4 ਭਰਾ ਸੀ। ਕਹਿੰਦਾ ਇੱਕ ਦਿਨ ਮੈਂ ਤਾਂ ਬਾਬੇ ਦੀਆਂ ਲੱਤਾਂ ਘੁੱਟਾਂ, ਮੇਰੇ ਭਰਾ ਨੂੰ ਉਹਨੇ ਪਤਾ ਨਹੀਂ ਸਿਵਿਆਂ 'ਚ ਭੇਜਤਾ ਦੀਵਾ ਲਾਉਣ, ਮੇਰੇ ਦੂਜੇ ਭਰਾ ਨੂੰ ਕਿਤੇ ਹੋਰ ਭੇਜਤਾ, ਉਹਨਾਂ ਨੂੰ ਕੰਮ ਭੇਜਤਾ। ਕਹਿੰਦਾ ਮੈਨੂੰ ਕਹਿੰਦਾ ਵੀ ਬਈ ਮੇਰੇ ਵਾਸਤੇ ਤਾਂ ਤੁਸੀਂ ਸਾਰੇ ਬਰਾਬਰ ਹੋ, 4 ਭਰਾ, ਮੇਰੇ ਲਈ ਤਾਂ ਕੋਈ ਫਰਕ ਨਹੀਂ, ਪਰ ਤੇਰੇ ਭਰਾਵਾਂ ਨੇ ਤੇਰੇ ਨਾਲ ਮਾੜਾ ਕੀਤਾ ਜੀ। ਕਹਿੰਦਾ ਮੈਂ ਕਿਹਾ ਵੀ ਕੀ, ਮੇਰੇ ਨਾਲ ਤਾਂ ਕੋਈ ਮਾੜਾ ਨਹੀਂ ਕੀਤਾ। ਨਹੀਂ, ਕਹਿੰਦਾ ਜਿਹੜਾ ਉਹ ਸੋਨੇ ਦਾ ਘੜਾ ਕੱਢਿਆ ਸੀ ਪਹਿਲਾਂ, ਉਹਦੇ 'ਚ ਤੈਨੂੰ ਹਿੱਸਾ ਦੇਣਾ ਚਾਹੀਦਾ ਸੀ, ਉਹਨਾਂ ਨੇ 3 ਨੇ ਵੰਡ ਲਿਆ, ਤੈਨੂੰ ਨਹੀਂ ਦਿੱਤਾ ਜੀ। ਕਹਿੰਦਾ ਮੇਰੇ ਤਾਂ ਲੱਗੀ 37 ਕੱਪੜੇ ਅੱਗ। ਮੈਂ ਤਾਂ ਕਹਿੰਦਾ ਆਪਣੇ ਡੈਡੀ ਨੂੰ ਕਿਹਾ ਵੀ ਲੈ ਜਿਹੜੇ 2 ਭਾਂਡੇ ਦੇਣੇ ਨੇ ਮੈਨੂੰ ਅੱਡ ਕਰ ਦੇ, ਮੈਂ ਸ਼ਾਮ ਦੀ ਰੋਟੀ ਤੁਹਾਡੇ ਵਿੱਚ ਨਹੀਂ ਖਾਂਦਾ। ਮੈਂ ਤਾਂ ਸਾਡਾ ਇੰਨਾ ਪਿਆਰ ਸਾਰੇ ਭਰਾਵਾਂ ਦਾ, ਅਸੀਂ ਡੈਡੀ ਦੀ ਇੰਨੀ ਉਹ ਕਰਦੇ ਸੀ। ਮੇਰੇ ਤਾਂ ਕਹਿੰਦਾ 1 ਲੱਖ ਤੇ ਹੀ ਪਤਾ ਨਹੀਂ ਕਿਵੇਂ ਵਿਚਾਰ ਬਦਲੇ, ਸਾਰੇ ਪਰਿਵਾਰ ਨਾਲ ਨਫ਼ਰਤ ਕਰਨ ਲੱਗ ਗਿਆ। ਤੇ ਉੱਦਾਂ ਕਰਕੇ ਉਹ ਫਿਰ ਕੁਝ ਦੇਰ ਬਾਅਦ ਜਦ ਪਤਾ ਲੱਗਿਆ, ਉਹਨਾਂ ਨੇ ਦੱਸਿਆ ਵੀ ਭਾਈ ਸਾਨੂੰ ਜੇ ਕਿਤੇ ਖਰਚ ਕਰਿਆ ਜਾਂ ਕਿਤੇ ਜਮ੍ਹਾਂ ਕਰਾਵਾਂਗੇ ਤੈਨੂੰ ਪਤਾ ਹੀ ਲੱਗ ਜਾਊਗਾ। ਸੌਹਾਂ ਖਾਧੀਆਂ ਜਿਵੇਂ ਪਿੰਡਾਂ 'ਚ ਹੁੰਦਾ, ਸਾਰਾ ਉਸ ਤਰ੍ਹਾਂ ਵਿਸ਼ਵਾਸ ਦਿੱਤਾ, ਫਿਰ ਉਹ ਕਰਿਆ। ਹੁਣ ਫਿਰ ਉਹ ਕਹਿੰਦਾ ਵੀ ਅਸੀਂ ਉਹ ਬਾਬੇ ਨੂੰ ਮਾਰਾਂਗੇ, ਮੈਂ ਛੱਡਦਾ ਨਹੀਂ ਉਹਨੂੰ, ਸਾਡੇ 'ਚ ਲੜਾਈ ਪਵਾਤੀ, ਨਾਲੇ ਸਾਡੇ ਤੋਂ ਪੈਸੇ ਲੈ ਗਿਆ। ਮੈਂ ਕਿਹਾ ਵੀ ਬਾਬਾ ਕਿਵੇਂ ਉਹਨਾਂ ਦੇ ਘਰੋਂ ਕਿਵੇਂ ਭੱਜਿਆ ਜੀ, ਫਿਰ ਨਿਕਲਿਆ ਕਿਵੇਂ ਉਹਨਾਂ ਦੇ ਘਰੋਂ? ਉਹ ਤਾਂ ਪੈਸੇ ਲੈ ਕੇ ਚਲਾ ਗਿਆ। ਉਹ ਕਹਿੰਦਾ ਵੀ ਮੈਂ ਸੋਨਾ ਕੱਢਤਾ ਸੀ, ਤੈਨੂੰ ਹਿੱਸਾ ਨਹੀਂ ਦਿੱਤਾ, ਸਾਡੀ ਲੜਾਈ ਪੈ ਗਈ ਆਪਸ 'ਚ ਜੀ। ਅਸੀਂ ਤਾਂ ਆਪਸ 'ਚ ਲੜਨ ਲੱਗ ਗਏ ਨਾ। ਮੈਂ ਕਿਹਾ ਵੀ ਤੁਸੀਂ ਮੇਰਾ ਹਿੱਸਾ ਖਾ ਕੇ ਮੈਨੂੰ ਪੈਸੇ ਸੋਨੇ 'ਚੋਂ ਹਿੱਸਾ ਨਹੀਂ ਦਿੱਤਾ, ਉਹ ਤਾਂ ਆਪਣਾ ਚਲਾ ਗਿਆ ਸਾਨੂੰ ਲੜਾ ਕੇ। ਜੇ ਅਸੀਂ ਕਤਲ ਵੀ ਹੋ ਸਕਦਾ ਕਈ ਆਪਸ 'ਚੋਂ, ਚਲੋ ਲੜਨ ਲੱਗ ਪਏ ਤੇ ਬਾਬਾ ਆਪਣਾ ਅੱਖ ਵਜਾ ਕੇ ਲੰਘ ਗਿਆ। ਬਹੁਤ ਇੱਕ ਦਿਨ ਮੈਨੂੰ 2 ਫੋਨ ਆਏ ਇਕੱਠੇ। ਇੱਕ ਤਾਂ ਭਾਦਸੋਂ ਕੋਲੇ ਪਿੰਡ ਹੈ ਪੇਦਣ, ਉੱਥੇ ਇੱਕ ਪੁੱਛਾ ਦਿੰਦੀ ਸੀ ਬੀਬੀ, ਇੱਕ ਦੇਵੀਗੜ੍ਹ ਕੋਲੋਂ। ਉਹ ਕਹਿੰਦੇ ਵੀ ਸਾਡੇ ਜਾਣੀ ਇਸ ਤਰ੍ਹਾਂ ਕਰਕੇ ਝੂਠਾ ਨਾਂ ਲਾਤਾ, ਸਾਡੇ ਲੜਾਈ ਹੋਣ ਦਾ ਖਤਰਾ। ਮੈਂ ਕਿਹਾ ਵੀ ਅੱਜ ਤਾਂ ਸਾਡੀ ਟੀਮ ਜਾਊਗੀ ਪੇਦਣ, ਉੱਥੇ ਜੇ ਅੱਜ ਨਾ ਗਿਆ ਉਹ ਕਹਿੰਦੇ ਵੀ ਕਤਲ ਹੋ ਜੂ। ਉਹ ਕਹਿੰਦਾ ਸਾਡੇ ਵੀ ਕਤਲ ਤੱਕ ਹੀ ਪਹੁੰਚੀ ਪਈ ਹੈ ਗੱਲ ਜੀ। ਜਾਣੀ ਉੱਥੇ ਜਾਣੀ 1-2 ਭਰਾ ਸੀ, ਇੱਕ ਦੇ ਘਰ ਵਾਲੀ ਬਿਮਾਰ ਹੋ ਗਈ, ਉਹ ਸਿਆਣੇ ਨੇ ਦੂਜੇ ਭਰਾ ਦੇ, ਵੱਡੇ ਭਰਾ ਦੇ ਘਰ ਵਾਲੀ ਦੇ ਨਾਂ ਲਾਤਾ ਵੀ ਇਹਨੇ ਕੁਛ ਕਰਾਇਆ। ਤੇ ਉਦੋਂ ਬਾਅਦ ਉਹਨਾਂ ਦੀ ਤਾਂ ਬਸ, ਜੇ ਅਸੀਂ ਨਾ ਜਾਂਦੇ ਤਾਂ ਉਹ ਜਿਹੜੀ ਪੁੱਛਾ ਦਿੰਦੀ ਤੀ ਬੀਬੀ, ਉਹਦੇ ਤੋਂ ਕਹਾ ਆ, ਉਹ ਮੁੱਕਰ ਗਈ, ਮੈਂ ਤਾਂ ਕਿਹਾ ਨਹੀਂ ਹੈਗਾ, ਤਾਂ ਉਹਨਾਂ ਦਾ ਹੋ ਗਿਆ। ਨਹੀਂ ਉਹ ਤਾਂ ਕਹਿੰਦੇ ਸਾਡੇ ਤਾਂ 1-2 ਦਿਨਾਂ 'ਚ ਬੰਦਾ ਮਰ ਜਾਂਦਾ ਜੀ, ਇਸ ਤਰ੍ਹਾਂ ਦਾ। ਸੋ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ। ਸੋ ਦੋਸਤੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਰ ਨੇ ਦੱਸਿਆ ਕਿ ਆਪਾਂ ਬਾਬਿਆਂ ਕੇ ਪਿੱਛਾ ਲੱਗ ਜਾ, ਹਾਂ ਬਾਬਿਆਂ ਕੇ ਪਿੱਛਾ ਲੱਗ ਕੇ ਕਈ ਵਾਰੀ ਆਪਣਾ ਘਰ ਤਾਂ ਖਰਾਬ ਕਰਾਂ ਗੈਲ ਕੇ ਆਪਣਾ ਰਿਸ਼ਤੇ ਨਾਤੇ ਆ ਜਿਹੜੇ ਉਹ ਵੀ ਟੁੱਟਣ की तादाद पा जहाँ और रिश्ते नाते भी खराब हो सका, इस तरह की भी स्थितियां बन जहाँ। सो लोड़ आपां नूं जागण की लोड़ आ, इन्हां चीज़ां नूं समझण की, साइंटिफिक तरीके नाल समझण की बाबे कोई चमत्कार नहीं करते, किसी वा कोई इहो जिहा मंत्र नहीं हुंदा कि कोई थानूं सोने के घड़े कढ के दे देगा, या फिर किसी वा कोई मंत्र इहो जिहा नहीं हुंदा कि कोई किसी की लत्त तोड़ देगा, बांह तोड़ देगा, कोई किसी का नुकसान कर देगा। जो सिर्फ लोकां नूं ठगण के ढंगां, जो लोगों को इस तरह बाबे डरा का ठगते आए हैं हुण तक, और इसते बचन की आपां नूं लोड़ आ। जेकर थानू इस तरह का कोई बाबा ठगण की कोशिश करा, या फिर थानू पता लगा कि कोई बाबा थारे दोस्त मित्र नूं या किसी रिश्तेदार नूं ठग रहा, तो तुसी इस चीज़ का जिहड़ा कि मतलब कि इस चीज़ से बचन के मारे तरकशील सोसाइटी गैल जद मर्जी संपर्क कर सको। तरकशील सोसाइटी थारी पूरी तरह हर हालत में मदद करेगी। तरकशील सोसाइटी सदा थारे गैल खड़ी आ।
ਸੋ ਅੱਜ ਦੀਆਂ ਜਿਹੜੀਆਂ ਵਿਚਾਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ, ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ। ਮੈਂ ਰਾਮ ਕੁਮਾਰ ਜੀ ਕਰਾਂ ਬਹੁਤ ਬਹੁਤ ਧੰਨਵਾਦ ਸਰ, ਜਿਹੜੀਆਂ ਤੁਸੀਂ ਅੱਜ ਸਾਨੂੰ ਵਿਚਾਰਾਂ ਸੁਣਾਈਆਂ। ਧੰਨਵਾਦ ਜੀ। ਹਾਂ, ਤੇ ਅੱਜ ਸਰ ਜਿਹੜੇ ਤੁਸੀਂ ਸਾਨੂੰ ਮਤਲਬ ਇਹ ਗੱਲਾਂ ਦੱਸੀਆਂ ਅਸਲ ਦੇ ਵਿੱਚ ਕਿ ਤਰਕਸ਼ੀਲ ਸੁਸਾਇਟੀ ਬਿਨਾਂ ਕਿਸੇ 1 ਰੁਪਏ के भी लालच ते लोगों के वास्ते काम करा, लोगों को समर्पित आ, लोगों की जिंदगी बैटर बनाने नूं वधिया बनाने वास्ते समर्पित आ। सो इस वास्ते हमारे चैनल कनी ते भी और मैं अपने पर्सनली तौर पे भी दिल ते तरकशील सोसाइटी का बहुत बहुत अर्थारा भी बहुत बहुत धन्नवाद करा जी कि तुसी पंजाब के लोगों वास्ते इन्ना कुछ सोच रहे और पंजाब के लोगों वास्ते काम कर रहे हैं। दोस्तों तुसी अपनी राय जी कमेंट बॉक्स 'ਚ देना ना भुल्लियो कि अज का प्रोग्राम थानू किस तरह लग्या। जुड़े रहो पुआधी टीवी के गैर। सत श्री अकाल।